ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਕਲਾਸ ਨੰਬਰ 12 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਪ੍ਰੈਜ਼ੀਡੈਂਟ ਦਾ ਦੂਜਾ ਪਾਰਟ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਪ੍ਰੈਜ਼ੀਡੈਂਟ ਦਾ ਪਹਿਲਾ ਪਾਰਟ ਕਰ ਚੁੱਕੇ ਹਾਂ। ਆਰਟੀਕਲ 52 ਤੋਂ ਲੈ ਕੇ 62 ਤੱਕ ਆਪਾਂ ਪੂਰਾ ਡਿਟੇਲ ਦੇ ਵਿੱਚ ਕੀਤਾ ਹੋਇਆ। ਜੇਕਰ ਤੁਸੀਂ ਉਹ ਨਹੀਂ ਦੇਖੀ ਕਲਾਸ ਤਾਂ ਪਹਿਲਾਂ ਉਹ ਦੇਖ ਲਓ, ਕਿਉਂਕਿ ਤੁਹਾਨੂੰ ਇਹਦੀ ਸਮਝ ਤਾਂ ਹੀ ਆਏਗੀ, ਕਿਉਂਕਿ ਇਹਦੇ ਵਿੱਚ ਆਪਾਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਤੇ ਕਾਰਜ, ਜਿੰਨੇ ਵੀ ਫੰਕਸ਼ਨ ਰਾਸ਼ਟਰਪਤੀ ਕਰਦਾ ਵਾ, ਠੀਕ ਆ, ਉਹ ਸਾਰੇ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਠੀਕ ਆ ਜੀ। ਸੋ ਉਹਦੇ ਲਈ ਤੁਹਾਨੂੰ ਪਹਿਲਾਂ ਉਹ ਵਾਲਾ ਪਾਰਟ ਦੇਖਣਾ ਜ਼ਰੂਰੀ ਆ। ਠੀਕ ਆ ਜੀ, ਪਹਿਲਾ ਪਾਰਟ ਜ਼ਰੂਰ ਦੇਖੋ। ਸੋ ਆਪਾਂ ਦੂਜਾ ਪਾਰਟ ਸ਼ੁਰੂ ਕਰਦੇ ਹਾਂ ਜੀ ਅੱਜ। ਠੀਕ ਆ ਜੀ। ਸੋ ਅੱਜ ਦਾ ਆਪਣਾ ਪਹਿਲਾ ਪੁਆਇੰਟ ਬਣਦਾ ਕਿ ਰਾਸ਼ਟਰਪਤੀ ਜਿਹੜਾ ਉਹਦੇ ਕਾਰਜਾਂ ਦੇ ਅਧੀਨ ਪ੍ਰਾਪਤ ਕੀਤੀਆਂ ਜਿਹੜੀਆਂ ਸ਼ਕਤੀਆਂ ਦਿੱਤੀਆਂ ਗਈਆਂ, ਠੀਕ ਆ, ਭਾਰਤੀ ਸੰਵਿਧਾਨ ਦੇ ਅਨੁਸਾਰ ਜੋ ਵੀ ਸ਼ਕਤੀਆਂ ਦਿੱਤੀਆਂ ਗਈਆਂ ਨੇ, ਠੀਕ ਆ ਜੀ, ਆਪਣੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਉਹ ਇਸ ਪ੍ਰਕਾਰ ਨੇ। ਠੀਕ ਆ ਜੀ। ਇਹ ਸਾਰੀਆਂ ਜੋ 7 ਤੋਂ 8 ਮੈਂ ਲੈ ਕੇ ਆਇਆ ਵਾਂ ਤੁਹਾਡੇ ਲਈ। ਠੀਕ ਆ ਜੀ। ਸੋ ਇਹਦੇ ਵਿੱਚ ਜੀ ਪਹਿਲੀਆਂ ਸ਼ਕਤੀਆਂ ਆ ਜਾਂਦੀਆਂ ਜੀ ਕਾਰਜਕਾਰੀ ਸ਼ਕਤੀਆਂ ਦਿੱਤੀਆਂ ਹੋਈਆਂ, ਐਗਜ਼ੀਕਿਊਟਿਵ ਪਾਵਰਸ ਦਿੱਤੀਆਂ ਹੋਈਆਂ ਨੇ। ਠੀਕ ਆ। ਵਿਧਾਨਕ ਸ਼ਕਤੀਆਂ ਦਿੱਤੀਆਂ ਹੋਈਆਂ, ਲੈਜਿਸਲੇਟਿਵ ਪਾਵਰਸ ਦਿੱਤੀਆਂ ਹੋਈਆਂ, ਨਿਆਇਕ ਸ਼ਕਤੀਆਂ ਦਿੱਤੀਆਂ ਹੋਈਆਂ, ਜੁਡੀਸ਼ੀਅਲ ਪਾਵਰ ਦਿੱਤੀਆਂ ਹੋਈਆਂ, ਵਿੱਤੀ ਸ਼ਕਤੀਆਂ ਹੋ ਗਈਆਂ ਜੀ, ਫਾਈਨੈਂਸ਼ੀਅਲ ਪਾਵਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕੂਟਨੀਤਿਕ ਡਿਪਲੋਮੈਟਿਕ ਪਾਵਰਸ ਹੋ ਗਈਆਂ, ਫੌਜੀ ਸ਼ਕਤੀਆਂ, ਮਿਲਟਰੀ ਪਾਵਰਸ ਕਿਹੜੀਆਂ ਦਿੱਤੀਆਂ ਹੋਈਆਂ ਨੇ ਰਾਸ਼ਟਰਪਤੀ ਨੂੰ। ਸੋ ਐਮਰਜੈਂਸੀ ਪਾਵਰਸ ਜਿਹੜੀਆਂ ਦਿੱਤੀਆਂ ਹੋਈਆਂ ਆਰਟੀਕਲ 352 ਤੋਂ ਲੈ ਕੇ 60 ਤੱਕ, ਕਿ ਕਿਹੜੇ ਪਾਵਰਸ ਦੇ ਨਾਲ ਰਾਸ਼ਟਰਪਤੀ ਆਪਣੇ ਭਾਰਤ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਸਕਦਾ ਵਾ। ਵੀਟੋ ਸ਼ਕਤੀਆਂ ਦਿੱਤੀਆਂ ਹੋਈਆਂ, ਵੀਟੋ ਪਾਵਰਸ ਦਿੱਤੀਆਂ ਹੋਈਆਂ। ਇਹ ਸਾਰੀਆਂ ਪਾਵਰਸ ਜਿਹੜੀਆਂ ਦਿੱਤੀਆਂ ਨੇ ਪ੍ਰੈਜ਼ੀਡੈਂਟ ਨੂੰ, ਤੇ ਇਹਦੇ ਨਾਲ ਜਿੱਦਾਂ ਦੇ ਕੁਐਸਚਨ ਬਣਦੇ ਨੇ ਆਰਟੀਕਲ ਦੇ ਥਰੂ, ਇਹ ਕੁਐਸਚਨ ਪੁੱਛੇ ਜਾਂਦੇ ਨੇ, ਜਾਂ ਕਨਸੈਪਚੁਅਲ ਕੁਐਸਚਨ ਵੀ ਜੋ ਪੁੱਛੇ ਜਾਂਦੇ ਨੇ, ਉਹ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਸੋ ਆਪਣੇ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰੋ। ਠੀਕ ਹੈ ਜੀ। ਅਗਰ ਤੁਸੀਂ ਨਹੀਂ ਕੀਤਾ ਸਬਸਕ੍ਰਾਈਬ ਅਜੇ ਤੱਕ ਤਾਂ ਜ਼ਰੂਰ ਕਰੋ। ਠੀਕ ਹੈ। ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਇਹਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰੋ ਜੀ। ਲਓ ਜੀ, ਆਪਾਂ ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਆਪਣਾ ਪਹਿਲਾ ਜਿਹੜਾ ਆਪਣੀ ਸ਼ਕਤੀ ਆ, ਇਹ ਹੈਗੀ ਆ ਕਾਰਜਕਾਰੀ। ਇੱਕ ਨਾ ਐਗਜ਼ੀਕਿਊਟਿਵ ਪਾਵਰਸ ਦਿੱਤੀਆਂ ਹੋਈਆਂ ਨੇ ਰਾਸ਼ਟਰਪਤੀ ਨੂੰ, ਉਹ ਕਿਹੜੀਆਂ ਦਿੱਤੀਆਂ ਗਈਆਂ ਦੇਖੋ ਜੀ। ਹੁਣ ਜੀ ਭਾਰਤ ਸਰਕਾਰ ਦੀਆਂ ਜਿਹੜੀਆਂ ਸਾਰੀਆਂ ਕਾਰਜਕਾਰੀ ਕਾਰਵਾਈਆਂ ਰਸਮੀ ਤੌਰ 'ਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ 'ਤੇ ਕੀਤੀਆਂ ਜਾਂਦੀਆਂ ਨੇ। ਹੁਣ ਇਹਦੇ ਵਿੱਚ ਉਹਨਾਂ ਨੇ ਜੀ ਪ੍ਰਧਾਨ ਮੰਤਰੀ ਨੂੰ ਜਿਹੜੀ ਅਪੁਆਇੰਟ ਕਰਨ ਦੀ, ਜਿਹੜੀ ਹੇਠਲੇ ਦੀ ਕਾਰਜਕਾਰੀ ਦੇ ਹੇਠਲੇ ਮੈਂਬਰਾਂ ਦੀ ਜਿਹੜੀ ਨਿਯੁਕਤੀ ਕਰਨੀ ਹੁੰਦੀ ਆ, ਉਹ ਜੀ ਆਰਟੀਕਲ 75(1) ਦੇ ਵਿੱਚ ਦਿੱਤਾ ਹੋਇਆ ਵਾ ਕਿ ਰਾਸ਼ਟਰਪਤੀ ਕਰਦਾ ਵਾ ਉਹ। ਠੀਕ ਆ ਜੀ। ਪ੍ਰਧਾਨ ਮੰਤਰੀ ਦੀ ਸਲਾਹ ਤੇ ਮੰਤਰੀ ਮੰਡਲ ਦੇ ਹੋਰ ਸਾਰੇ ਮੈਂਬਰ ਤੇ ਉਹਨਾਂ ਵਿੱਚ ਜਿਹੜੇ ਕਾਰੋਬਾਰ ਦੀ ਵੰਡ ਕਰਨੀ ਹੁੰਦੀ ਆ, ਕੰਮ ਕਰਦੀ, ਠੀਕ ਆ, ਉਹ ਵੀ ਇਹਦੇ ਵਿੱਚ ਦਿੱਤੀ ਹੋਈ ਆ ਜੀ ਆਰਟੀਕਲ 75(1) ਦੇ ਵਿੱਚ। ਹੁਣ ਜਿਹੜਾ ਭਾਰਤ ਦਾ ਅਟਾਰਨੀ ਜਨਰਲ ਆਫ ਇੰਡੀਆ ਵਾ, ਇਹਨੂੰ ਵੀ ਰਾਸ਼ਟਰਪਤੀ ਅਪੁਆਇੰਟ ਕਰਦਾ। ਠੀਕ ਹੈ। ਇਹਨੂੰ ਤੁਸੀਂ ਯਾਦ ਕਰ ਲੈਣਾ ਵਾ। ਠੀਕ ਆ। ਇਹ ਪੇਪਰ ਦੇ ਵਿੱਚ ਕੁਐਸਚਨ ਡਾਇਰੈਕਟ ਪੁੱਛਣਗੇ ਕਿ ਅਟਾਰਨੀ ਜਨਰਲ ਆਫ ਇੰਡੀਆ ਨੂੰ ਕੌਣ ਅਪੁਆਇੰਟ ਕਰਦਾ। ਪ੍ਰੈਜ਼ੀਡੈਂਟ ਕਰਦਾ, ਲੋਕ ਸਭਾ ਕਰਦੀ ਆ, ਰਾਜ ਸਭਾ ਕਰਦੀ ਆ, ਸਾਰਾ ਤੁਹਾਨੂੰ ਦੇਣਗੇ, ਤਾਂ ਉਹ ਤੁਸੀਂ ਯਾਦ ਰੱਖਣਾ। ਠੀਕ ਆ ਜੀ। ਭਾਰਤ ਦਾ ਰਾਸ਼ਟਰਪਤੀ ਕਰਦਾ ਵਾ। ਜਿਹੜਾ ਕੰਟਰੋਲਰ ਅਤੇ ਆਡੀਟਰ ਜਨਰਲ ਹੁੰਦਾ ਵਾ, ਠੀਕ ਆ, ਇੰਡੀਆ ਦਾ, ਭਾਰਤ ਦਾ, ਉਹਨੂੰ ਕੌਣ ਅਪੁਆਇੰਟ ਕਰਦਾ? ਉਹਨੂੰ ਵੀ ਪ੍ਰੈਜ਼ੀਡੈਂਟ ਕਰਦਾ ਜੀ। ਮੁੱਖ ਚੋਣ ਕਮਿਸ਼ਨਰ, ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਾ, ਤੇ ਜਿਹੜੇ ਬਾਕੀ ਦੇ ਇਲੈਕਸ਼ਨ ਕਮਿਸ਼ਨਰ ਨੇ, ਠੀਕ ਆ ਜੀ, ਉਹਨਾਂ ਨੂੰ ਵੀ ਅਪੁਆਇੰਟ ਕੌਣ ਕਰਦਾ ਵਾ ਜੀ? ਪ੍ਰੈਜ਼ੀਡੈਂਟ। ਹਾਂਜੀ। UPSC ਦਾ ਜਿਹੜਾ ਚੇਅਰਮੈਨ ਤੇ ਮੈਂਬਰ ਹੁੰਦਾ, ਤੁਸੀਂ ਜਾਣਦੇ ਹੋਵੋਗੇ UPSC, ਠੀਕ ਆ ਜੀ। UPSC ਦੇ ਚੇਅਰਮੈਨ ਤੇ ਮੈਂਬਰ ਨੂੰ ਵੀ ਇਹ ਆਪਣਾ ਪ੍ਰੈਜ਼ੀਡੈਂਟ ਹੀ ਅਪੁਆਇੰਟ ਕਰਦਾ ਵਾ। ਠੀਕ ਆ ਜੀ। ਹੁਣ ਇੱਕ ਹੁੰਦੀ ਆ ਜੀ ਸੰਯੁਕਤ ਲੋਕ ਸੇਵਾ ਕਮਿਸ਼ਨ, JPSC, ਠੀਕ ਆ। ਇਹਦੇ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਵੀ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵੀ ਇਹੀ ਕਰਦਾ। ਠੀਕ ਆ ਜੀ। ਪ੍ਰੈਜ਼ੀਡੈਂਟ ਦੇਖੋ, ਪ੍ਰੈਜ਼ੀਡੈਂਟ ਕੋਲ ਕਿੰਨੀ ਪਾਵਰਸ ਹੈ ਕਿ ਉਹ ਇਹਨਾਂ ਸਾਰਿਆਂ ਦੀ ਐਗਜ਼ੀਕਿਊਟਿਵ ਜਿਹੜੇ ਨਿਯੁਕਤ ਕਰਨ ਦੀ ਜਿਹੜੀ ਵੀ ਪਾਵਰ ਆ, ਉਹ ਸਾਰੀ ਦੇਖੋ ਕਿੰਨੀਆਂ ਪਾਵਰਸ ਦਿੱਤੀਆਂ ਹੋਈਆਂ ਨੇ ਪ੍ਰੈਜ਼ੀਡੈਂਟ ਨੂੰ। ਠੀਕ ਆ ਜੀ। ਸੋ ਵਿੱਤ ਕਮਿਸ਼ਨ ਦੇ, ਹੁਣ ਜਿਹੜੇ ਫਾਈਨੈਂਸ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਆ, ਇਹਦੀ ਵੀ ਨਿਯੁਕਤੀ ਆਪਣਾ ਪ੍ਰੈਜ਼ੀਡੈਂਟ ਹੀ ਕਰਦਾ। ਹੁਣ ਜਿਹੜੇ ਸਟੇਟਸ ਗਵਰਨਰ ਹੁੰਦੇ ਨੇ ਨਾ, ਜਿਹੜੇ ਸਟੇਟਾਂ ਦੇ, ਉਹਨਾਂ ਦੀ ਵੀ ਜਿਹੜੀ ਅਪੁਆਇੰਟਮੈਂਟ ਹੁੰਦੀ ਆ, ਉਹ ਵੀ ਪ੍ਰੈਜ਼ੀਡੈਂਟ ਕਰਦਾ। ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਐਡਮਿਨਿਸਟ੍ਰੇਟਰ ਹੁੰਦੇ ਨੇ, ਠੀਕ ਆ ਜੀ, ਉਹਨਾਂ ਦੀ ਨਿਯੁਕਤੀ ਵੀ ਆਪਣਾ ਪ੍ਰੈਜ਼ੀਡੈਂਟ ਹੀ ਕਰਦੇ ਆ। ਅਨੁਸੂਚਿਤ ਜਾਤੀਆਂ ਹੋ ਗਈਆਂ, ਅਨੁਸੂਚਿਤ ਜਾਤੀਆਂ ਤੇ ਹੋਰ ਪਛੜੀਆਂ ਸ਼੍ਰੇਣੀਆਂ, SC ST ਤੇ ਅਦਰ ਬੈਕਵਰਡ ਕਲਾਸਿਸ ਦੀ ਜੇਕਰ ਸਥਿਤੀਆਂ ਦੀ ਜਾਂਚ ਕਰਨੀ ਆ, ਤਾਂ ਉਹਦੇ ਲਈ ਕੋਈ ਕਮਿਸ਼ਨ ਨੂੰ ਉਹ ਨਿਯੁਕਤ ਕਰਨਾ ਵਾ, ਤਾਂ ਉਹ ਵੀ ਆਪਣੇ ਪ੍ਰੈਜ਼ੀਡੈਂਟ ਹੀ ਕਰਦੇ ਆ। ਠੀਕ ਆ ਜੀ। ਸੋ ਇਹ ਆਪਣੇ ਇੰਪੋਰਟੈਂਟ ਪੁਆਇੰਟ ਸੀਗੇ ਪੇਪਰ ਦੇ ਵਿੱਚੋਂ। ਇਹਨਾਂ ਦੇ ਵਿੱਚੋਂ ਕਿਸੇ ਬਾਰੇ ਵੀ ਉਹ ਪੁੱਛ ਸਕਦੇ ਨੇ ਕਿ ਗਵਰਨਰ ਨੂੰ ਕੌਣ ਅਪੁਆਇੰਟ ਕਰਦਾ, ਫਾਈਨੈਂਸ ਕਮਿਸ਼ਨ ਦੇ ਮੈਂਬਰ ਨੂੰ ਕੌਣ ਕਰਦਾ ਵਾ, ਇਲੈਕਸ਼ਨ ਕਮਿਸ਼ਨਰ ਨੂੰ ਕੌਣ ਕਰਦਾ, ਉਹ ਸਾਰੇ ਆਪਾਂ ਇਹਦੇ ਵਿੱਚ ਕੀਤਾ ਹੋਇਆ ਕਿ ਇਹਨੂੰ ਕੌਣ ਨਿਯੁਕਤ ਕਰਦਾ ਵਾ। ਠੀਕ ਆ ਜੀ। ਹੁਣ ਇਹ ਤਾਂ ਸੀਗੀਆਂ ਆਪਣੀਆਂ ਐਗਜ਼ੀਕਿਊਟਿਵ। ਹੁਣ ਨਾ ਰਾਸ਼ਟਰਪਤੀ ਨੂੰ ਥੋੜ੍ਹੀਆਂ ਲੈਜਿਸਲੇਟਿਵ ਪਾਵਰਸ ਵੀ ਦਿੱਤੀਆਂ ਹੋਈਆਂ। ਹੁਣ ਰਾਸ਼ਟਰਪਤੀ ਜੀ ਸੰਸਦ ਦਾ ਹਿੱਸਾ ਹੁੰਦਾ। ਠੀਕ ਆ ਜੀ। ਪ੍ਰੈਜ਼ੀਡੈਂਟ ਪਾਰਟ ਹੁੰਦਾ ਵਾ
ਹੁਣ ਸੰਸਦ ਦੇ ਵਿੱਚ ਲੋਕ ਸਭਾ ਆ ਗਈ, ਰਾਜ ਸਭਾ ਆ ਗਈ, ਪ੍ਰੈਜ਼ੀਡੈਂਟ ਤਾਂ ਹੁੰਦਾ ਕਿਉਂਕਿ ਪ੍ਰੈਜ਼ੀਡੈਂਟ ਦੀ ਜਿਹੜੀ ਉਹਦੇ ਨਾਲ ਮਨਜ਼ੂਰੀ ਦੇ ਨਾਲ ਹੀ ਜਿਹੜਾ ਬਿੱਲ ਹੁੰਦਾ ਵਾ ਉਹ ਐਕਟ ਬਣਦਾ ਵਾ। ਉਹ ਆਪਾਂ ਅੱਗੇ ਪੜਾਂਗੇ ਕਿ ਉਹ ਕਿਹੜੇ ਆਰਟੀਕਲ ਦੇ ਵਿੱਚ ਦਰਜ ਆ ਜਿਹਦੇ ਵਿੱਚ ਕਿ ਪ੍ਰੈਜ਼ੀਡੈਂਟ ਦੀ ਮਨਜ਼ੂਰੀ ਲੈਣੀ ਪੈਂਦੀ ਆ, ਠੀਕ ਆ ਜੀ। ਸੋ ਕਿਹੜੇ ਬਿੱਲ ਲਈ ਲੈਣੀ ਪੈਂਦੀ ਆ ਇਹ ਵੀ ਆਪਾਂ ਅੱਗੇ ਬਹੁਤ ਡਿਟੇਲ ਦੇ ਨਾਲ ਕਰਾਂਗੇ, ਠੀਕ ਆ ਜੀ। ਸੰਸਦ ਨੂੰ ਅਗਰ ਸਮਨ ਭੇਜਣੇ ਆ, ਤਲਬ ਕਰਨਾ ਵਾ, ਉਹਦੀ ਇਹ ਵੀ ਪਾਵਰ ਦਿੱਤੀ ਹੋਈ ਆ। ਸੰਸਦ ਨੂੰ ਮੁਅੱਤਲ ਕਰਨਾ ਇਹ ਵੀ ਪਾਵਰ ਦਿੱਤੀ ਹੋਈ ਆ। ਲੋਕ ਸਭਾ ਨੂੰ ਵੀ ਭੰਗ ਕਰ ਸਕਦਾ, ਠੀਕ ਆ, ਪ੍ਰੈਜ਼ੀਡੈਂਟ, ਠੀਕ ਆ ਜੀ। ਹੁਣ ਆਹ ਮੋਸਟ ਇੰਪੋਰਟੈਂਟ ਬਣਦਾ ਵਾ ਕਿ ਜਿਹੜੇ ਸੰਮਨ ਹੁੰਦੇ ਨੇ ਨਾ, ਜੁਆਇੰਟ ਸਿਟਿੰਗ ਆਫ ਪਾਰਲੀਮੈਂਟ 108 ਨੰਬਰ ਆਰਟੀਕਲ ਦੇ ਅਧੀਨ ਹੁੰਦਾ। ਇਹ 108 ਨੰਬਰ ਆਰਟੀਕਲ ਇਜਾਜ਼ਤ ਦਿੰਦਾ ਵਾ, ਇੱਕ ਅਧਿਕਾਰ ਦਿੰਦਾ ਵਾ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਕਿ ਤੁਸੀਂ ਆਪਣੇ ਜੁਆਇੰਟ ਸੈਸ਼ਨ ਆਫ ਪਾਰਲੀਮੈਂਟ ਰੱਖ ਸਕਦੇ ਹੋ, ਠੀਕ ਆ। ਹੁਣ ਦੇਖੋ ਜੀ, ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ, ਇੱਕ ਕੁਐਸਚਨ ਇਹ ਬਣਦਾ ਵਾ ਕਿ ਦੱਸੋ ਜਦੋਂ ਜੁਆਇੰਟ ਸੈਸ਼ਨ ਆਫ ਪਾਰਲੀਮੈਂਟ ਹੁੰਦਾ ਉਹਦੀ ਪ੍ਰਧਾਨਗੀ ਕੌਣ ਕਰਦਾ? ਉਹਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਵਾ, ਠੀਕ ਆ। ਹੁਣ ਦੇਖੋ ਇੱਕ ਹੋਰ ਆ, ਰਾਜ ਸਭਾ ਇੱਕ ਸਥਾਈ ਸਦਨ ਹੁੰਦਾ ਵਾ, ਠੀਕ ਆ, ਇੱਕ ਪਰਮਾਨੈਂਟ ਹਾਊਸ ਆ। ਲੋਕ ਸਭਾ ਤਾਂ 5 ਸਾਲ ਬਾਅਦ ਆਪਾਂ ਦੇਖਿਆ ਕਿ ਚੇਂਜ ਹੁੰਦੀ ਰਹਿੰਦੀ ਆ, ਠੀਕ ਆ ਜੀ। ਬਟ ਰਾਜ ਸਭਾ ਜਿਹੜੀ ਹੁੰਦੀ ਆ ਉਹ ਇੱਕ ਸਥਾਈ ਸਦਨ ਹੁੰਦਾ ਵਾ। ਇਹਨੂੰ ਭੰਗ ਨਹੀਂ ਕੀਤਾ ਜਾ ਸਕਦਾ, ਇਹਦੇ ਮੈਂਬਰ ਬਦਲਦੇ ਰਹਿੰਦੇ ਨੇ, ਠੀਕ ਆ। 6 ਸਾਲ ਕਾਰਜਕਾਲ ਹੁੰਦਾ ਵਾ ਤਾਂ 2-2 ਸਾਲ ਬਾਅਦ ਇਹਦੇ ਮੈਂਬਰ ਬਦਲਦੇ ਰਹਿੰਦੇ ਨੇ। ਸੋ ਇਹ ਆਪਣਾ ਇਹ ਜਦੋਂ ਆਪਾਂ ਲੋਕ ਸਭਾ ਰਾਜ ਸਭਾ ਕਰਾਂਗੇ ਤਾਂ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਅਜੇ ਫਿਲਹਾਲ ਤੁਸੀਂ ਇਹ ਸਮਝੋ ਕਿ 108 ਨੰਬਰ ਆਰਟੀਕਲ ਦੇ ਵਿੱਚ ਕੀ ਦਿੱਤਾ ਹੋਇਆ, ਜੁਆਇੰਟ ਸਿਟਿੰਗ ਸੈਸ਼ਨ ਆਫ ਦਾ ਪਾਰਲੀਮੈਂਟ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ। ਹਾਂ ਜੀ, ਰਾਸ਼ਟਰਪਤੀ ਆ ਨਾ ਜਿਹੜਾ ਆਪਣਾ ਰਾਸ਼ਟਰਪਤੀ, ਜਿਹੜੇ ਵਿਸ਼ੇਸ਼ ਗਿਆਨ ਵਾਲੇ ਵਿਅਕਤੀ ਹੁੰਦੇ ਨੇ, ਠੀਕ ਹੈ ਜੀ। ਕਿਸੇ ਬਹੁਤ ਸਪੈਸ਼ਲ ਨੌਲੇਜ ਜਾਂ ਕਿਸੇ ਨੇ ਬਹੁਤ ਜ਼ਿਆਦਾ ਕਿਸੇ ਵੀ ਖੇਤਰ ਦੇ ਵਿੱਚ, ਸਾਇੰਸ ਦੇ ਵਿੱਚ, ਆਰਟਸ ਦੇ ਵਿੱਚ, ਲਿਟਰੇਚਰ ਦੇ ਵਿੱਚ ਜਾਂ ਸੋਸ਼ਲ ਸਰਵਿਸਿਜ਼ ਦੇ ਵਿੱਚ ਕਿਸੇ ਵੀ ਵਿਅਕਤੀ ਨੇ ਬਹੁਤ ਵਧੀਆ ਯੋਗਦਾਨ ਦਿੱਤਾ ਹੋਇਆ ਤਾਂ ਉਹਦੇ 12 ਮੈਂਬਰਾਂ ਨੂੰ ਨੋਮੀਨੇਟ ਕਰਦਾ ਵਾ, ਠੀਕ ਆ। ਪੇਪਰ ਦੇ ਵਿੱਚ ਸਿੱਧਾ ਕੁਐਸਚਨ ਹੁੰਦਾ ਕਿ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਕਿੰਨੇ ਮੈਂਬਰਾਂ ਦੀ ਨਿਯੁਕਤੀ ਕਰਦਾ? 12 ਮੈਂਬਰਾਂ ਦੀ ਕਰਦਾ। ਜਾਂ ਉਹ ਪੁੱਛਣਗੇ ਕਿ ਰਾਜ ਸਭਾ ਦੇ ਵਿੱਚ ਜਿਹੜੇ 12 ਮੈਂਬਰਾਂ ਦੀ ਨਿਯੁਕਤੀ ਹੁੰਦੀ ਆ ਉਹਨੂੰ ਕੌਣ ਕਰਦਾ? ਪ੍ਰੈਜ਼ੀਡੈਂਟ ਕਰਦਾ, ਠੀਕ ਆ। ਇਹ ਪੇਪਰ ਦੇ ਵਿੱਚ ਕੁਐਸਚਨ ਬਣਦੇ ਨੇ, ਠੀਕ ਆ। ਆਪਾਂ ਵੈਸੇ ਹੀ ਐਡ ਨਹੀਂ ਕੀਤੇ ਕਿ ਇਹ ਸਾਰੇ ਦੇ ਸਾਰੇ ਜਿੰਨੇ ਪੁਆਇੰਟ ਮੈਂ ਤੁਹਾਡੇ ਲਈ ਲੈ ਕੇ ਆਇਆ ਨਾ, ਇਹ ਪ੍ਰੈਜ਼ੀਡੈਂਟ ਦੇ ਵਿੱਚੋਂ, ਇਹਦੇ ਵਿੱਚੋਂ ਬਾਹਰ ਇੱਕ ਵੀ ਕੁਐਸਚਨ ਨਹੀਂ ਆਊਗਾ, ਠੀਕ ਆ ਜੀ। ਚਾਹੇ ਜਿਹੜਾ ਮਰਜ਼ੀ ਪੇਪਰ ਦੇ ਲਓ, ਚਾਹੇ ਤੁਸੀਂ ਸਟੇਟ ਦਾ ਦੇ ਲਓ, ਚਾਹੇ ਤੁਸੀਂ ਸੈਂਟਰ ਲੈਵਲ ਦਾ ਵੀ ਪੇਪਰ ਦਿਓਗੇ, ਉਹ ਵੀ ਤੁਹਾਡੇ ਇਹਦੇ ਵਿੱਚੋਂ ਹੀ ਆਉਣਗੇ, ਠੀਕ ਆ। ਸੋ ਇਹਦੇ ਪੁਆਇੰਟ ਤੁਸੀਂ ਯਾਦ ਕਰਨਾ, ਜ਼ਿਆਦਾ ਔਖੇ ਨਹੀਂ ਹੈਗੇ, ਜ਼ਿਆਦਾ ਆਰਟੀਕਲ ਯਾਦ ਕਰਨ ਦੀ ਲੋੜ ਨਹੀਂ ਹੋਊਗੀ ਇਹਦੇ ਵਿੱਚ ਆਪਾਂ ਨੂੰ। ਆਰਟੀਕਲ ਥੋੜ੍ਹੇ ਜਿਹੇ ਹੋਣਗੇ ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਕਿਹੜੀਆਂ ਨੇ, ਠੀਕ ਆ ਜੀ। ਹਾਂ ਜੀ, ਰਾਸ਼ਟਰਪਤੀ ਐਂਗਲੋ ਇੰਡੀਅਨ ਭਾਈਚਾਰਾ ਜਿਹੜਾ ਹੁੰਦਾ ਉਹਦੇ ਜੀ 2 ਮੈਂਬਰਾਂ ਦੀ ਨਿਯੁਕਤੀ ਕਰਦਾ। ਕਿੱਥੇ ਕਰਦਾ ਵਾ? ਇਹ ਲੋਕ ਸਭਾ 'ਚ, ਠੀਕ ਆ ਜੀ। ਲੋਕ ਸਭਾ ਦੇ ਵਿੱਚ 2 ਮੈਂਬਰਾਂ ਦੀ ਨਿਯੁਕਤੀ ਕਰਦਾ, ਪਰ 2020 ਦੇ ਵਿੱਚ ਇਹ ਖਤਮ ਕਰ ਦਿੱਤਾ ਸੀ, ਠੀਕ ਆ ਜੀ। ਸੋ ਆਪਾਂ ਨੂੰ ਕੁਐਸਚਨ ਇਹ ਹੁਣੇ ਰੀਸੈਂਟਲੀ ਇੱਕ ਪੇਪਰ ਦੇ ਵਿੱਚ ਆਇਆ ਵੀ ਹੋਇਆ ਵਾ, ਕੋਆਪਰੇਟਿਵ ਕਲਰਕ 2021 ਦੇ ਵਿੱਚ ਸ਼ਾਇਦ, ਜਾਂ ਮੈਨੇਜਰ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ, ਠੀਕ ਆ ਜੀ। ਕਿੰਨੇ ਮੈਂਬਰਾਂ ਨੂੰ ਕਰਦਾ ਸੀ? ਇਹ ਐਂਗਲੋ ਇੰਡੀਅਨ ਦੇ, ਠੀਕ ਹੈ, ਲੋਕ ਸਭਾ ਦੇ ਵਿੱਚ। ਹਾਂ ਜੀ, ਰਾਸ਼ਟਰਪਤੀ ਦੀ ਜਿਹੜੀ ਅਗਾਊਂ ਇਜਾਜ਼ਤ ਆ, ਠੀਕ ਆ ਜੀ, ਨਾਲ ਬਜਟ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਵਾ, ਠੀਕ ਹੈ। ਰਾਸ਼ਟਰਪਤੀ ਇੰਟਰੋਡਿਊਸ, ਜਿਹੜਾ ਬਜਟ ਹੁੰਦਾ ਵਾ ਨਾ, ਉਹਨੂੰ ਇੰਟਰੋਡਿਊਸ ਕਰਦਾ ਵਾ ਰਾਸ਼ਟਰਪਤੀ, ਠੀਕ ਹੈ। ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੀ ਪ੍ਰਾਇਰ ਪਰਮਿਸ਼ਨ ਦੇ ਨਾਲ ਹੁੰਦਾ ਵਾ, ਠੀਕ ਆ ਜੀ, ਪੇਸ਼, ਠੀਕ ਆ ਜੀ, ਲੋਕ ਸਭਾ ਦੇ ਵਿੱਚ ਜਿਹੜਾ ਬਜਟ ਆ, ਠੀਕ ਆ ਜੀ। ਹੁਣ ਦੇਖੋ ਜੀ, ਇੱਕ ਬਿੱਲ ਮਤਲਬ ਬਣ ਗਿਆ ਜਿਹਦਾ ਮਤਲਬ ਹੁੰਦਾ ਕਿ ਇੱਕ ਨਵੇਂ ਰਾਜ ਦੀ ਸਿਰਜਣਾ ਕਰਨੀ ਆ, ਮਤਲਬ ਕ੍ਰੀਏਸ਼ਨ ਆਫ ਨਿਊ ਸਟੇਟ, ਜਾਂ ਉਹਦੀਆਂ ਸੀਮਾਵਾਂ ਨੂੰ ਬਦਲਣਾ, ਜਿਵੇਂ ਅਲਟਰ ਕਰਨਾ ਵਾ ਕੋਈ ਵੀ ਬਾਉਂਡਰੀਜ਼ ਨੂੰ, ਠੀਕ ਆ। ਤਾਂ ਇਹ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਇੰਟਰੋਡਿਊਸ ਹੋਣਾ ਤਾਂ ਇਹਦੇ ਲਈ ਵੀ ਰਾਸ਼ਟਰਪਤੀ ਦੀ ਸਹਿਮਤੀ ਜ਼ਰੂਰੀ ਆ। ਇਹ ਜਿਹੜਾ ਬਿੱਲ ਆ ਇਹ ਵੀ ਬਿਕਮ ਐਕਟ ਬਣੂਗਾ ਰਾਸ਼ਟਰਪਤੀ ਦੀ ਹੀ ਸਹਿਮਤੀ ਤੋਂ ਬਾਅਦ, ਠੀਕ ਆ। ਰਾਸ਼ਟਰਪਤੀ ਦੀ ਸਹਿਮਤੀ ਤੋਂ ਬਾਅਦ ਹੀ ਇਹ ਇੱਕ ਬਿੱਲ ਐਕਟ ਬਣ ਸਕਦਾ ਹੈ, ਠੀਕ ਆ ਜੀ। ਹੁਣ ਦੇਖੋ ਜੀ, ਹੁਣ ਜੀ ਰਾਸ਼ਟਰਪਤੀ ਕੋਲ ਬਿੱਲ ਨੂੰ ਮੁੜ ਵਿਚਾਰ ਕਰਨ ਲਈ ਵਾਪਸੀ ਦਾ ਅਧਿਕਾਰ ਹੈ। ਮੰਨ ਲਓ ਕਿ ਰਾਸ਼ਟਰਪਤੀ ਕੋਲੇ ਇੱਕ ਬਿੱਲ ਚਲਿਆ ਗਿਆ, ਠੀਕ ਆ ਜੀ, ਤੇ ਉਹਦੇ ਵਿੱਚ ਰਾਸ਼ਟਰਪਤੀ ਨੂੰ ਲੱਗਿਆ ਕਿ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਕਮੀਆਂ ਨੇ ਜਾਂ ਇਹ ਠੀਕ ਨਹੀਂ ਹੈਗਾ, ਤਾਂ ਰਾਸ਼ਟਰਪਤੀ ਉਹਨੂੰ ਵਾਪਸ ਭੇਜ ਸਕਦਾ ਕਿ ਤੁਸੀਂ ਉਹਦੀ ਸੰਸਦ ਦੇ ਵਿੱਚ ਵਾਪਸ ਭੇਜ ਸਕਦਾ ਕਿ ਤੁਸੀਂ ਇਹਦੇ 'ਤੇ ਵਿਚਾਰ ਵਟਾਂਦਰਾ ਕਰੋ। ਪਰ ਜ਼ਰੂਰੀ ਨਹੀਂ ਹੁੰਦਾ ਵਾ, ਉਹਦੇ ਵਿੱਚ ਇਹ ਹੁੰਦਾ ਕਿ ਜੇ ਉਹਨੇ ਵਿਚਾਰ ਵਟਾਂਦਰੇ ਲਈ ਵਾਪਸ ਭੇਜਿਆ, ਉਹ ਪਾਰਲੀਮੈਂਟ ਦੀ ਮਰਜ਼ੀ ਆ ਕਿ ਉਹਨੇ ਉਹਦੇ 'ਤੇ ਵਿਚਾਰ ਵਟਾਂਦਰਾ ਕਰਨਾ ਵਾ ਕਿ ਨਹੀਂ ਕਰਨਾ। ਅਗਰ ਉਹ ਨਹੀਂ ਕਰਦਾ ਤਾਂ ਸੇਮ ਟੂ ਸੇਮ ਜਾਂ ਚੇਂਜ ਕਰਕੇ ਭੇਜਦੇ ਆ, ਜਾਂ ਸੇਮ ਟੂ ਸੇਮ ਉਹਨੂੰ ਹੀ ਵਾਪਸ ਭੇਜ ਦੇਣਗੇ, ਠੀਕ ਹੈ, ਉਹੀ ਬਿੱਲ ਨੂੰ ਰਾਸ਼ਟਰਪਤੀ ਕੋਲ ਦੂਜੀ ਵਾਰ। ਤਾਂ ਰਾਸ਼ਟਰਪਤੀ ਨੂੰ ਉਹਦੇ 'ਤੇ ਸਿਰਫ ਤੇ ਸਿਰਫ ਦਸਤਖਤ ਕਰਨੇ ਹੀ ਪੈਣੇ। ਇਹ ਸਿਰਫ ਸਧਾਰਨ ਬਿੱਲਾਂ 'ਤੇ ਹੀ ਲਾਗੂ ਹੁੰਦਾ ਵਾ, ਠੀਕ ਹੈ ਜੀ। ਸੋ ਅੱਗੇ ਆਪਾਂ ਪੜ੍ਹਾਂਗੇ, ਜਿੱਦਾਂ ਕਿ ਜਿਵੇਂ ਮੰਨ ਲਓ ਰਾਸ਼ਟਰਪਤੀ ਜਿਵੇਂ ਮਨੀ ਬਿੱਲ ਅਤੇ ਸੰਵਿਧਾਨ ਸੋਧ ਬਿੱਲ ਵਾਪਸ ਨਹੀਂ ਕਰ ਸਕਦੇ, ਠੀਕ ਹੈ, ਇਹਦੇ ਉੱਤੇ ਉਹਨੂੰ ਸਾਈਨ ਕਰਨੇ ਹੀ ਪੈਂਦੇ ਆ, ਠੀਕ ਹੈ ਜੀ।
सो अगे आप करांगे, ठीक है जी। सो ये याद करना, ये बहुत इंपॉर्टेंट बंदा कि कॉन्स्टिट्यूशनल ਜਿਹੜੇ ਅਮੈਂਡਮੈਂਟ ਬਿੱਲ ਹੁੰਦੇ ਨੇ ਜਾਂ ਮਨੀ ਬਿੱਲ ਹੁੰਦੇ ਨੇ ਉਹਨੂੰ ਰਾਸ਼ਟਰਪਤੀ ਵਾਪਸ ਨਹੀਂ ਕਰਦਾ ਜੀ, ਠੀਕ ਹੈ ਜੀ। ਸੋ ਇਹਦੇ ਉੱਤੇ ਉਹਨੂੰ ਸਾਈਨ ਪਹਿਲੀ ਵਾਰੀ ਦੇ ਵਿੱਚ ਹੀ ਕਰਨੇ ਪੈਂਦੇ ਨੇ, ਠੀਕ ਹੈ ਜੀ। ਹੁਣ ਨੈਕਸਟ ਆ ਗਿਆ ਜੀ ਆਰਡੀਨੈਂਸ ਬਣਾਉਣ ਦੀ ਸ਼ਕਤੀ। ਹੁਣ ਜਿਹੜਾ ਆਪਾਂ ਮੈਂ ਤੁਹਾਨੂੰ ਦੱਸਿਆ ਸੀਗਾ ਆਰਡੀਨੈਂਸ ਕਿੱਦਾਂ ਬਣਦਾ ਵਾ, 123 ਦੇ ਵਿੱਚ ਲਿਖਿਆ ਵਾ ਕਿ ਰਾਸ਼ਟਰਪਤੀ ਨੂੰ ਲਾਗੂ ਕਰਨ ਦਾ ਅਧਿਕਾਰ ਦਿੰਦੀ ਹੈ, ਠੀਕ ਹੈ ਜੀ। ਸੋ ਇਹ ਕਹਿੰਦਾ ਜੀ ਪ੍ਰਚਾਰ ਘੋਸ਼ਣਾ ਆਰਡੀਨੈਂਸ ਇਹ ਸ਼ਕਤੀ ਕਾਰਜਕਾਰੀ ਨੂੰ ਕਿਸੇ ਸਥਿਤੀ ਨਾਲ ਨਜਿੱਠਣ ਦੇ ਯੋਗ ਬਣਾਉਣ ਲਈ ਤਿਆਰ ਕੀਤੀ ਜਾਂਦੀ ਹੈ, ਠੀਕ ਹੈ ਜੀ। ਸੋ ਇਹ ਆਪਾਂ ਨੂੰ ਕੁਐਸਚਨ ਆਊਗਾ ਕਿ ਆਰਡੀਨੈਂਸ ਬਣਾਉਣ ਦੀ ਸ਼ਕਤੀ ਕਿੰਨੇ ਨੰਬਰ ਆਰਟੀਕਲ ਦੇ ਵਿੱਚ ਰਾਸ਼ਟਰਪਤੀ ਨੂੰ ਲਾਗੂ ਕਰਨ ਦੀ ਦਿੱਤੀ ਆ, 123 ਨੰਬਰ ਆਰਟੀਕਲ ਦੇ ਵਿੱਚ। ਬਸ ਹੋਰ ਇਹਦੇ ਵਿੱਚ ਕੁਛ ਖਾਸ ਬੜਾ ਕਰਨ ਦੀ ਆਪਾਂ ਨੂੰ ਲੋੜ ਨਹੀਂ ਜੀ। हाँ जी, मुड़ असैंबली की मिति तो आर्ਡੀਨੈਂਸ 6 हफ्तियां की मियाद ਲਈ वैध ਹੁੰਦਾ ਵਾ, ठीक है जी। मंजूरी ना मिलन की सूरत 'ਚ ਜਦੋਂ ਆਰਡੀਨੈਂਸ ਨੂੰ ਵੱਧ ਤੋਂ ਵੱਧ 6 ਮਹੀਨੇ ਅਤੇ 6 ਹਫ਼ਤੇ ਹੋ ਸਕਦੀ ਆ। ਸੰਸਦ ਦੁਆਰਾ 2 ਸੈਸ਼ਨਾਂ ਵਿਚਕਾਰ 6 ਮਹੀਨਿਆਂ ਤੋਂ ਵੱਧ ਦਾ ਅੰਤਰ ਨਹੀਂ ਹੁੰਦਾ, ਠੀਕ ਹੈ ਜੀ। ਸੋ ਸੰਸਦ ਦੇ ਵਿਚਕਾਰ ਜਿਹੜਾ ਅੰਤਰ ਹੁੰਦਾ ਵਾ, ਇਹ ਵੀ ਕੁਐਸਚਨ ਆਪਾਂ ਨੂੰ ਬਣਿਆ ਕਿੰਨੇ ਮਹੀਨਿਆਂ ਤੋਂ ਵੱਧ ਨਹੀਂ ਹੁੰਦਾ ਗਾ, 6 ਮਹੀਨਿਆਂ ਤੋਂ ਵੱਧ ਦਾ ਅੰਤਰ ਨਹੀਂ ਹੁੰਦਾ ਵਾ, ਠੀਕ ਹੈ ਜੀ। ਨੈਕਸਟ ਆ ਗਿਆ हाँ जी, राष्ट्रपति किसी भी समय आर्ਡੀਨੈਂਸ वापस लै सकता बट ये जिहड़ा संविधान नूं सोधन दा, ठीक है, कॉन्स्टिट्यूशन दे किसी भी पार्ट नूं जां किसी भी आर्टिकल नूं अमेंड करन लई यह आर्ਡੀਨੈਂस जारी नहीं कर सकता, ठीक है जी, राष्ट्रपति, ठीक है जी। नैक्सट आ गया जी साडे कोले हुण जी वित्ती शक्तियां। हुण फाइनैंशियल पावर्स भी दित्तियां होईयां ने राष्ट्रपति नूं की फाइनैंशियल पावर्स दित्तियां होईयां। राष्ट्रपति की जिहड़ी मतलब प्रायर परमिशन होंदी आ, अगाऊं इजाजत होंदी आ, जिहदे नाल कि लोक सभा विच पैसे दे बिल पेश कीते जांदे ने, ठीक है। सारे पैसे दे बिल पहला लोक सभा, अपन क्वेश्चन आऊगा कि जिहड़े ऑल मनीस आर इंट्रोड्यूस इन कित्थे इंट्रोड्यूस होंदे आ, लोक सभा दे विच होंदे ने, हुंदे किहदे नाल आ, प्रेजिडेंट दी परमिशन दे नाल, ठीक है जी। सो ये मोस्ट इंपॉर्टेंट बनदा वा, जिथे इंपॉर्टेंट कहता इनू तां तुसीं उसे टाइम तुहाडे माइंड दे विच इह चीज़ होनी चाहीदी आ, ठीक है जी। ये क्वेश्चन बनता वा पेपर दे विच। हुण देखो जी अपने जिहड़ा संविधान वा ना उहदे विच बजट नाम का कोई भी शब्द नहीं मैंशन, उहनूं आपां कहने आ जी फाइनैंशियल स्टेटमेंट, एनुअल फाइनैंशियल स्टेटमेंट कह दिंदे आ, ठीक है जी। सो ये जिहड़ी हुंदी आ फाइनैंशियल स्टेटमेंट हो गया, ये लोक सभा के सामने राष्ट्रपति की इजाजत दे नाल रखिया जांदा वा। ये आपां कीता होया, कई बार ना पेपर दे विच आपां नूं बजट नहीं लिखिया आऊगा, आपां नूं इहदे विच एनुअल फाइनैंशियल स्टेटमेंट लिखी हुई आएगी। सो उहदे लई तुसीं कन्फ्यूज नहीं होना, ठीक है जी। राष्ट्रपति किसी नूं अणकियासे खर्चे, मतलब राष्ट्रपति नूं किते भी एडवांस किते एक्सपेंडिचर की जरूरत पै गई सीगा कि कोई इहो जिहे खर्चे की लोड़ पै गई तो भारत का जिहड़ा कंटीजेंसी फंड विचों एडवांस लै सकदा वा, ठीक है जी। सो ये कर सकदा। अगे आपां सारे आपां पढ़ांगे जदों कंसोलीडेटेड फंड्स किहड़े हुंदे आ, कंटीजेंसी फंड्स किहड़े हुंदे ने। सो आपां सारा ये डिटेल दे विच करांगे जदों ये टॉपिक आएगा। सो आपां कोई टॉपिक नहीं छड्डांगे, ठीक है। अजे फिलहाल तुसीं ये याद कर लो, ठीक है जी। राष्ट्रपति कहता जी हर 5 सालों बाद वित्त कमीशन, ठीक है, फाइनैंस कमीशन की जिहड़ी नियुक्ति करता वा, गठन करता वा उहदे मैंबरां दी, फाइनैंस कमीशन की आर्टिकल जिहड़ा कि 280 दे विच मैंशन आ, ठीक है जी। सो फाइनैंस कमीशन भी आपां चंगी तरह करांगे जदों आपां अगे करांगे, ठीक है जी। सो नैक्सट आ गया जी न्यायिक शक्तियां किहड़ियां, ये मोस्ट इंपॉर्टेंट बनता, ठीक है जी पॉइंट। ये राष्ट्रपति नूं जुडिशियल पावर्स भी दित्तियां होईयां, देखो जी। हाँ जी, सुप्रीम कोर्ट ते हाई कोर्ट के जिहड़े चीफ जस्टिस होंदे ने, एक उन्हां दी ते जिहड़े उन्हां दे जज्जां दी नियुक्ति कौन करदा, अपना प्रेजिडेंट करदा, ठीक है जी। ये याद करना वा तुसीं, मोस्ट इंपॉर्टेंट बनता वा, ठीक है। सुप्रीम कोर्ट ते हाई कोर्ट के जज्जां दी नियुक्ति कौन करदा, राष्ट्रपति करदा, ठीक है। ये दिमाग दे विच रहना चाहिदा वा तुहाडे हमेशा। नैक्सट आ गया क्वेश्चन, राष्ट्रपति किसी कानून या तत्थ ते, आ देखो ये भी मोस्ट इंपॉर्टेंट, मैं जिथे तुहानूं स्टार मार्क करता ना, ये दा क्वेश्चन तुसीं इदां ला लो कि कोई भी तुसीं पेपर चक के देख लो, चाहे पंजाब पुलिस का चक लो, PSPCL चक लो, PSSB चक लो, कोई मर्जी पेपर चक के देख लो, PPSC चक लो तुसीं, ਉਹਦੇ ਵਿੱਚ ਤੁਹਾਨੂੰ ਇਹੀ ਵਾਲੇ ਕੁਐਸਚਨ ਦੇਖਣ ਨੂੰ ਮਿਲਣਗੇ ਜਿੱਥੇ ਸਟਾਰ ਮਾਰਕ ਕੀਤਾ ਹੋਇਆ, ਠੀਕ ਹੈ ਜੀ। ਸੋ ਆਪਾਂ ਸਾਰਾ ਐਨਾਲਾਈਜ਼ ਕੀਤੇ ਹੋਏ ਨੇ ਕੁਐਸਚਨ ਕਿ ਕਿਸ ਤਰ੍ਹਾਂ ਦੇ ਕੁਐਸਚਨ ਬਣਦੇ ਨੇ। ਇਹ ਸਾਰੇ ਕੁਐਸਚਨ ਆਪਾਂ ਕਰਾਂਗੇ ਵੀ, ਇੱਦਾਂ ਨਹੀਂ ਕਿ ਆਪਾਂ ਨਹੀਂ ਕਰਾਂਗੇ, ਆਪਾਂ A to Z ਜਿੰਨੇ ਕੁਐਸਚਨ ਲਾਸਟ 10 ਸਾਲਾਂ ਦੇ ਵਿੱਚ ਜਿਹੜੇ ਹੋਏ ਨੇ, ਠੀਕ ਹੈ ਜੀ, ਉਹ ਸਾਰਿਆਂ ਦੇ ਆਪਾਂ MCQ ਐਂਡ ਦੇ ਉੱਤੇ ਜਦੋਂ ਥਿਊਰੀ ਨਿਬੜ ਜਾਏਗੀ ਨਾ ਇਹਦੀ, ਉਹ ਆਪਾਂ ਸਾਰੇ ਕਰਾਂਗੇ, ਠੀਕ ਹੈ ਜੀ। ਸੋ ਇਹਦੇ ਲਈ ਹੁਣ ਜੀ ਰਾਸ਼ਟਰਪਤੀ ਕਹਿੰਦਾ ਜੀ ਜਦੋਂ ਕਾਨੂੰਨ ਕਿਸੇ ਵੀ ਚੀਜ਼ ਲਈ ਮੰਨ ਲਓ ਕਿਸੇ ਲਾਅ ਨੂੰ ਲੈ ਕੇ ਜਾਂ ਕਿਸੇ ਨੂੰ ਲੈ ਕੇ ਉਹਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਗਈ ਅਤੇ ਉਹਨੇ ਕਿਹਾ ਵੀ ਮੈਂ ਸਲਾਹ ਲੈਣੀ ਆ, ਤਾਂ ਉਹ ਕਿਹਦੀ ਸਲਾਹ ਲਊਗਾ ਜੀ, ਆਰਟੀਕਲ 143 ਇਜਾਜ਼ਤ ਦਿੰਦਾ ਵਾ ਉਹਨੂੰ। ਆਰਟੀਕਲ 143 ਦੇ ਤਹਿਤ ਇਜਾਜ਼ਤ ਹੁੰਦੀ ਆ ਕਿ ਉਹ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ। ਇਹ ਆਰਟੀਕਲ ਤੁਹਾਨੂੰ ਯਾਦ ਕਰਨਾ ਹੀ ਪੈਣਾ, 143 ਨੰਬਰ ਆਰਟੀਕਲ ਤੁਹਾਨੂੰ ਮੋਸਟ ਇੰਪੋਰਟੈਂਟ ਤਰੀਕੇ ਨਾਲ ਇਹ ਯਾਦ ਕਰਨਾ ਹੀ ਕਰਨਾ, ਜਿਵੇਂ ਮਰਜ਼ੀ ਕਰੋ ਚਾਹੇ ਰੱਟਾ ਮਾਰੋ, ਠੀਕ ਹੈ ਜੀ। 143 ਨੰਬਰ ਆਰਟੀਕਲ ਦੇ ਵਿੱਚ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ, ਬਟ ਇੱਦਾਂ ਨਹੀਂ ਕਿ ਜੇ ਸੁਪਰੀਮ ਕੋਰਟ ਨੇ ਸਲਾਹ ਦੇਤੀ,
ठीक है जी। आए नहीं जरूरी नहीं कि राष्ट्रपति ਨੂੰ ਉਹ ਸਲਾਹ ਮੰਨਣੀ ਓ ਪੈਂਦੀ ਆ, ਸਿਰਫ ਸਲਾਹ ਲੈ ਸਕਦਾ ਵਾ। ठीक है जी। सो एक पॉइंट अपना ये कवर हो गया। ਹੁਣ जी ਰਾਸ਼ਟਰਪਤੀ ਨੂੰ ਹੋਰ ਕਿਹੜੀ ਉਹ ਦਿੱਤੀ ਹੋਈ ਆ ਪਾਵਰ। ਹੁਣ ਮੰਨ ਲਓ ਕਿਸੇ ਵਿਅਕਤੀ ਨੂੰ ਸਜ਼ਾ ਹੋਈ ਆ ਤਾਂ ਰਾਸ਼ਟਰਪਤੀ ਉਹਨੂੰ ਮੁਆਫੀ ਦੇ ਸਕਦਾ, ਛੂਟ ਦੇ ਸਕਦਾ, ਰਾਹਤ ਕਰ ਦੇ ਸਕਦਾ ਤੇ ਸਜ਼ਾ ਮੁਆਫੀ ਵੀ ਦੇ ਸਕਦਾ ਵਾ। ठीक है जी। ਸੋ ਕਿਸੇ ਵੀ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਅਕਤੀ ਦੀ ਸਜ਼ਾ ਨੂੰ ਘਟਾ ਵੀ ਸਕਦਾ। ठीक है जी। ਉਹ ਹੁਣ ਜੀ किस तरह के मतलब जो घटा सकता तो किस तरह के मामलों हो सकता। मान लो कि उन्होंने सारे मामलों में जिथे सज़ा या सज़ा कोर्ट मार्शल के द्वारा सज़ा दी गई आ वो राष्ट्रपति घटा वधा सकता। ठीक है जी। सज़ा सारे मामलों में जिथे सज़ा दी गई है, ठीक है, सज़ा दी हो, पनिशमेंट दी हो, राष्ट्रपति को इन्नियां हैगियां ने शक्तियां। हुण आपां देखांगे राष्ट्रपति नूं जिहड़ी मुआफ़ी दीयां शक्तियां, जिहड़ी पार्डनिंग करन दीयां जिहड़ा पावर्स ने किन्ने नंबर आर्टिकल च ਆਪਾਂ ਨੂੰ क्वेश्चन होगा राष्ट्रपति ਜਿਹੜਾ मुआफ़ी दे सकता किन्ने नंबर आर्टिकल 'ਚ दर्ज आ। आर्टिकल 72 ਦੇ ਵਿੱਚ दर्ज आ। ठीक है जी। सो ये आर्टिकल ਤੁਸੀਂ याद कर लेना। राष्ट्रपति की माफ़ी की शक्ति न्यायपालिकता तो सुतंत्र आ। ठीक है जी। जुडिशरी तो सुतंत्र आ हो, क्योंकि एक कार्यकारी शक्ति होंगी है। राष्ट्रपति अपील की अदालत नहीं है। ठीक है जी। इसका मतलब इदा नहीं कि हरेक बंदा जाके राष्ट्रपति के कोले अपील करी जाएगा। ठीक है जी। इस शक्ति की वरतों राष्ट्रपति द्वारा इदा नहीं कि राष्ट्रपति सीधा जाके सीधा ही कोई अपील उन्होंने लग्या कि हाँ इनू घट करना चाहिए सज़ा नूं जां इसनूं सज़ा नूं माफ़ करना चाहिए, सीधा नहीं कर सकता। उन्होंने केंद्रीय मंत्रिमंडल जिहड़ा हुंदा, ठीक है, यूनियन कैबिनेट हुंदा, उहदी सलाह लैनी पैंदी आ, फिर जाके अपना डिसीजन दिंदा वा उस मामले ते। हाँ जी। संविधान की देखो जी अपना 161 नंबर आर्टिकल कहता वा जी जिहड़ा जी राज का राजपाल आ अपना गवर्नर वा उहदे कोल भी माफ़ करने की शक्ति हुंदी आ। वो भी राजपाल भी माफ़ी कर सकता वा, किसी सज़ा नूं राहत दे सकता वा। ठीक है। माफ़ी भी दे सकता, सज़ा नूं खत्म भी कर सकता वा, जां माफ़ी दी जां सज़ा नूं घटा भी सकता वा। ठीक है जी। सो गवर्नर कोल भी ये राज के गवर्नर कोल भी ये पावर आ। हुण आपां देखांगे इहदे विच अंतर की आ, क्योंकि फिर तो प्रेजिडेंट कोल भी सेम टू सेम उही पावर होगी। हुण जी राजपाल की माफ़ी की शक्ति राष्ट्रपति तो अड्ड हुंदी आ, किदां अलग हुंदी आ। हाँ जी। राष्ट्रपति कोर्ट मार्शल जी फौजी अदालतों दौरान सुनाई गई सजावां नूं माफ़ कर सकता, बट गवर्नर नहीं है कर सकता, क्योंकि ये सेंटर लैवल पर चली गया ना कम। तो एक तो ये पावर हो गई। दूजी आ गई जी साडे कोले राष्ट्रपति मौत की सज़ा मुआफ़ कर सकता वा, पर राजपाल नहीं कर सकता। ठीक है। मौत की सज़ा अगर किसी को डैथ पेनल्टी मिली हुई आ कोर्ट वालों, तो राष्ट्रपति को अगर लगता वा कि हाँ ये फैसला सही नहीं गा, जां उन्होंने लगता है कि इनू माफ़ किया जा सकता है, तो राष्ट्रपति यह कर सकता। हुण जी गवर्नर और राष्ट्रपति दोवां कोल मुअत्तली मुआफ़ी के संबंध च वैसे इन्हां कोले समकाली शक्तियां, मतलब इक्वल शक्तियां ने। ठीक है जी। सो हुण आपां पावर्स पढ़ चुके हैं। ठीक है जी। इन्हां दियां हुण अपणियां हुंदियां डिप्लोमैटिक पावर्स किहड़ियां हुंदियां हन, डिप्लोमैटिक जिहड़ियां कूटनीतिक शक्तियां जिन्हां नूं पंजाबी दे विच कहते हैं, ये किहड़ियां ने जी राष्ट्रपति कोले। हाँ जी। अंतरराष्ट्रीय संधियां हुंदियां ने ना जिहड़ियां कि राष्ट्रपति द्वारा समाप्ति कीतियां जांदियां ने। ठीक है जी। सो संसद की प्रवानगी हुंदी आ तां करदा वा राष्ट्रपति। ठीक है जी। हाँ जी। राष्ट्रीय अंतरराष्ट्रीय फोरमां विच भारत की प्रतिनिधित्व करता वा। ठीक है जी। जो कोई भी रिप्रजेंट करता इंडिया नूं जो इंटरनैशनल फॉर्म्स होंदियां ने। ठीक है जी। हाँ जी। राजदूत हो गए जिहड़े, ठीक है, अंबैसडर आपां भेजदे हुंदे आ। ठीक है जी। सो हाई कमिश्नर जिहड़े हो गए, ठीक है, हाई कमिश्नर हो गए, तो होर भी जिहड़े भी डिप्लोमैटिकां नूं भेजदा कौन आ जी, अपना राष्ट्रपति भेजदा। ठीक है जी। सो ये भी आपां कर लिया। हुण नैक्सट आ गया जी साडे कोले मिलटरी शक्तियां किहड़ियां ने। ये भी तुहानूं बहुत जानी कि इंपोर्टेंट आ, ये भी टॉपिक तुहाडे लई। राष्ट्रपति कहते आ जी हथियारबंद बलों का सुप्रीम कमांडर होंदा। आपां नूं क्वेश्चन आऊगा कि हू इज़ द सुप्रीम कमांडर ऑफ द आर्मड फोर्स। ठीक है जी। आर्मड फोर्स का अपना सुप्रीम कमांडर कौन आ जी, राष्ट्रपति आ। यह क्वेश्चन बहुत बार रिपीट होया वा। ठीक है जी। ट्रिपल स्टार ला लो तुसीं इहनूं। ठीक है जी। सो इहनूं जिन्ने भी स्टार लाओगे उन्ने घट ने। यही वाला क्वेश्चन भी पेपर दे विच बहुत बार रिपीट होया, चाहे PPSC चक लो, PSSB चक लो, PSPCL चक लो, जो मर्जी चक लो, ये आह वाला क्वेश्चन तुहानूं रिपीट मिलेगा ही मिलेगा। नैक्सट आ गया जी इस समर्था विच हुण इहदे विच कौन कौन हुंदा आर्मड फोर्स दे विच, आर्मी चीफ हो गया, जिद्दां कि नेवी एडमायरल हो गया, एयर मार्शल हो गया। इन्हां दी भी जिहड़ी चीफां दी नियुक्ति कौन करदा जी, राष्ट्रपति करदा। देखो हुण एक होर क्वेश्चन आ गया, तुहानूं क्वेश्चन आऊगा कि आर्मी चीफ जां नेवी एडमायरल जां एयर मार्शल दी नियुक्ति कौन करदा वा, यही अपना राष्ट्रपति करदा। हाँ जी। राष्ट्रपति जंग ते शांति का ऐलान कर सकता वा, बट संसद की प्रवानगी लैके फिर अधीन। ठीक है जी। कोई जंग लगनी आ जां शांति का ऐलान करना वा वो राष्ट्रपति कर सकता, बट संसद की प्रवानगी तो बाद।
ਹੁਣ जी ਐਮਰਜੈਂਸੀ ਪਾਵਰਸ ਕਿਹੜੀਆਂ ਨੇ, ਸੰਕਟਕਾਲੀਨ ਸ਼ਕਤੀਆਂ, ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ, ਠੀਕ ਆ ਜੀ। ਸੋ ਇਹਦੇ ਵਿੱਚੋਂ ਇੱਕ ਕੁਐਸਚਨ ਚਾਹੇ ਛੋਟਾ ਐਗਜ਼ਾਮ ਆ ਚਾਹੇ ਵੱਡਾ ਐਗਜ਼ਾਮ ਆ, ਇਹਦੇ ਵਿੱਚੋਂ ਪੱਕਾ ਬਣਦਾ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰਕੇ ਆਏ ਆ, ਪਰ ਉਹਨਾਂ ਕੀ ਆਪਾਂ ਐਡ ਕੀਤਾ ਵਾ ਜਿੰਨਾ ਕਿ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ, ਠੀਕ ਆ ਜੀ। हाँ जी, भारत के संविधान के राष्ट्रपति नूं ना 3 तरह दी एमरजेंसी के दौरान शक्तियां दित्तियां गईयां ने, किहड़ियां पावर्स दित्तियां गईयां ने। सो ये जिहड़ियां एमरजेंसी पावर्स आपां कित्थों लईयां ने जी, ये वीमार कॉन्स्टिट्यूशन सीगा जर्मनी, इहदे तो लईयां। आपां नूं क्वेश्चन आ एमरजेंसी पावर्स किहड़े संविधान तो इंस्पायर आ, अपना वीमार अपना कॉन्स्टिट्यूशन ऑफ जर्मनी याद कर लो बस, तुहानूं याद हो जाएगा, ठीक है जी। कॉन्स्टिट्यूशन ऑफ इंडिया का जिहड़ा कॉन्स्टिट्यूशन वो 3 टाइप दियां दिंदा वा, ठीक है, एमरजेंसी शक्तियां। हुण जी पहली शक्ति हैगी आ राष्ट्रीय एमरजेंसी, नैशनल एमरजेंसी। दूजी हुंदी है जी स्टेट एमरजेंसी, ठीक है जी, जिन्होंने आप प्रेजिडेंट रूल भी कह दिंदे आ। तीजी हुंदी है जी फाइनैंशियल एमरजेंसी, 360 नंबर आर्टिकल, ठीक है जी। नैशनल एमरजेंसी 352 नंबर आर्टिकल च दर्ज आ। 356 नंबर च जिहड़ी राष्ट्रपति राज लगदा जां राज की एमरजेंसी हुंदी आ, स्टेट एमरजेंसी हुंदी आ, वो लगदी आ 356 नंबर आर्टिकल के थ्रू। 360 नंबर आर्टिकल के थ्रू वित्तीय एमरजेंसी, फाइनैंशियल एमरजेंसी लग सकती है, ठीक है जी। सो हुण आपां इहनूं डिटेल च करांगे। इहदे विच अगर सिंपल क्वेश्चन आवे तो तुहाडा टॉपिक इत्थे ही खत्म हो जाता, ठीक है जी। राष्ट्रीय एमरजेंसी लई 352 नंबर आर्टिकल आ, तो प्रेजिडेंट रूल लई कितना नंबर आर्टिकल आ, 356 नंबर आर्टिकल आ। वित्तीय एमरजेंसी लई फाइनैंशियल लई कितना नंबर आ, 360। यानी कि ये तुसीं 352 याद कर लो, 4 प्लस करी चलो। 352 नंबर नैशनल लई, उस तो बाद की आउंदी है स्टेट आउंदी है ना, 356 नंबर आ गई स्टेट लई। उस तो बाद अगर आप फाइनैंस हो गए, ठीक है, फाइनैंशियल हो गई अपना फाइनैंशियल एमरजेंसी 360, 4 प्लस करी जाना, ये तुहानूं याद हो जाएगा, कोई ज़्यादा औखे आर्टिकल नहीं, ठीक है। सो 1 नंबर पक्का करो ये तुसीं। हुण जी संविधान के पार्ट 18 च दर्ज आ है, ठीक है जी। एमरजेंसी सिचुएशन 3 किस्म दी हुंदियां, आपां पढ़ लियां होईयां ने, ठीक है जी, जर्मनी तो लईयां ने। 352 नंबर आर्टिकल राष्ट्रपति जिहड़ियां अपनियां मान लो ये शक्तियां होंदियां, 352 नंबर आ गया, ठीक है जी। नैशनल क्राइसिस हो गया जो, ठीक है, कदों लगूगी नैशनल एमरजेंसी, जो साडे कोले संकटकालीन स्थिति बन गई राष्ट्री, जिवें मान लो जंग का माहौल पै गया, बाहरी हमला हो गया, जां देश दे विच अंदरूनी हथियारबंद कोई भी मान लो अपने कोई भी ऑर्गेनाइजेशन जिस दे अगेंस्ट खड़ी हो गई, ठीक है। सो वो भी अपने ये ही फिर भी नैशनल एमरजेंसी घोषित की जा सकती है, ठीक है जी। हुण तक ये कितनी बार की है जी, 3 बार ही लग चुकी है। ये अपन क्वेश्चन आऊगा कि नैशनल एमरजेंसी कितनी बार लग चुकी है, 3 बार लगी आ। 352 नंबर आर्टिकल च एक तो 1962 की जिहड़ी जंग हुई सी, ठीक है, वो 71 की जंग दे विच हुई सी, ठीक है जी। तो एक 75 दे विच उस टाइम के प्राइम मिनिस्टर सी इंदिरा गांधी, उसने लगाई सी, ठीक है जी। हुण देखो जी 352 नंबर के विच हुण कहंदा जी 1962 दे विच नेफा नाम का सीगा, जिथे कि अरुणाचल प्रदेश के विच चीनी हमला, क्योंकि आपां नूं पता कि उस टाइम 62 दे विच चीन की जंग हुई सी, तो उस दे विच इहदी लगी सी नैशनल एमरजेंसी लगी सी। 1968 तक ये फोर्स रही सी, ठीक है। चाइना दे आपां ये कर चुके हैं, ठीक है, अक्तूबर 1962 च। दसंबर 1971 च जो पाकिस्तान दे नाल जंग लड़ रहे सी, ठीक है जी, उस टाइम के उत्ते नैशनल एमरजेंसी लगी सी। हुण जी 75 दे विच तीजी एमरजेंसी की घोषणा उस टाइम के उत्ते ना 1971 वाली चल रही सी एमरजेंसी, ठीक है। सो दूजी एमरजेंसी अजे भी जारी सी। सो तीजी एमरजेंसी जून 1975 के विच लगाई सी इंदिरा गांधी ने, ठीक है जी। सो ये भी हो गया अपना। हुण नैक्सट अपना आ गया जी लोक सभा ते राज सभा के जीवन ते इहदा की प्रभाव पैंदा। जदों भी राष्ट्रीय एमरजेंसी की घोषणा चल रही हुंदी आ, तो लोक सभा का जीवन हुंदा ना जिहड़ा वो 1 साल लई संसद के कानून द्वारा इसकी म्याद 5 सालों तो अगे वधाई जा सकती है। सिंपल जी गल आ, अपन क्वेश्चन आऊगा कि लोक सभा का कार्यकाल आपां नूं पता कि 5 साल का हुंदा, जेकर नैशनल एमरजेंसी चल रही आ तो जिहड़ा लोक सभा का जिहड़ा तुहाडा कार्यकाल आ उहनूं 1 साल लई वधाया जा सकता है, ठीक है जी। नैक्सट आ गया जी हुण जेकर एमरजेंसी लग चुकी है, उपर सीगा घोषणा के टाइम के उत्ते, ठीक है जी, इत्थे सीगा जी साडा घोषणा चल रही है, मतलब राष्ट्रीय एमरजेंसी की घोषणा चल रही है, बट जेकर चल रही आ, ठीक है, एक्सटेंशन हो रही है एमरजेंसी तो बाद, ठीक है जी, तो फिर 6 महीनों की म्याद हुंदी है, ठीक है जी। सो ये भी तुसीं याद कर लेना। इसे तरह जिवें मान लो किसी भी राज विधान सभा के आम कार्यकाल 5 साल का हुंदा, आपां नूं पता राज विधान सभा का कार्यकाल 5 साल हुंदा वा, तो उस तो बाद एक राष्ट्रीय एमरजेंसी दौरान हर वाल 1 साल लई ये भी वधाई जा सकती है, ठीक है जी, 6 महीनों की म्याद के अधीन, ठीक है जी। सो नैक्सट आ गया साडा हुण जी मौलिक अधिकारां दे फंडामेंटल राइट्स के उत्ते एमरजेंसी का की प्रभाव आ। ये मोस्ट इंपोर्टेंट आ, ये भी तुहाडा क्वेश्चन पेपर दे विच बनदा। आर्टिकल 368 358 ते 359 दे विच ये दर्ज वा कि राष्ट्रीय एमरजेंसी का की प्रभाव पैंदा वा, ठीक है जी।
ਹੁਣ ਮੰਨ ਲਓ ਕਿ ਆਰਟੀਕਲ 358 ਸਾਨੂੰ ਕਹਿੰਦਾ, ਜਿਵੇਂ ਕਿ ਆਰਟੀਕਲ 19 ਦੇ ਵਿੱਚ ਆਪਾਂ ਮੌਲਿਕ ਅਧਿਕਾਰ ਕਰ ਚੁੱਕੇ ਹਾਂ, ਉਹਦੇ ਵਿੱਚ ਜਿਹੜੀਆਂ ਆਪਾਂ ਨੂੰ 6 ਅਧਿਕਾਰ ਦਿੱਤੇ ਹੋਏ ਨੇ, ਠੀਕ ਆ, ਆਰਟੀਕਲ 19 ਦੇ ਵਿੱਚ ਉਹਨਾਂ ਨੂੰ ਮੁਅੱਤਲ ਹੋ ਜਾਂਦੇ ਨੇ ਇਹ ਜਦੋਂ ਨੈਸ਼ਨਲ ਐਮਰਜੈਂਸੀ ਚੱਲ ਰਹੀ ਹੁੰਦੀ ਆ। ਸਿੰਪਲ ਜੀ ਗੱਲ ਆ, ਇਹ ਤੁਸੀਂ ਕਰ ਲੈਣੀ ਹੈ। ਕਿਹੜੀ ਅਮੈਂਡਮੈਂਟ ਦੇ ਵਿੱਚ ਹੋਈ ਸੀ? 44ਵੀਂ ਅਮੈਂਡਮੈਂਟ ਹੋਈ ਸੀ 1978 ਦੇ ਵਿੱਚ, ਠੀਕ ਆ, ਜਿਹਦੇ ਵਿੱਚ ਇਹ 6 ਫੰਡਾਮੈਂਟਲ ਰਾਈਟਸ ਨੂੰ ਸਸਪੈਂਡ ਹੋ ਜਾਂਦੇ ਨੇ ਐਟੋਮੈਟਿਕਲੀ, ਠੀਕ ਆ ਜੀ। ਹੁਣ ਜੀ 359 ਨੰਬਰ ਆਰਟੀਕਲ ਕਹਿੰਦਾ ਬਾਕੀ ਸਾਰੇ ਮੌਲਿਕ ਅਧਿਕਾਰ ਮੁਅੱਤਲ ਹੋ ਜਾਂਦੇ ਨੇ, ਸਿਰਫ ਤੇ ਸਿਰਫ ਦੋ ਨੂੰ ਛੱਡ ਕੇ, ਰਾਈਟ ਟੂ ਲਾਈਫ ਵਾਲੇ ਤੇ ਰਾਈਟ ਟੂ 20 ਤੇ 21, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰ ਲੈਣਾ, ਠੀਕ ਹੈ ਜੀ। ਇਹਨਾਂ ਦੋਨਾਂ ਦੇ ਤੁਸੀਂ ਆਰਟੀਕਲ ਵੀ ਯਾਦ ਕਰਨੇ ਆ ਤੇ ਇਹ ਕਿਹਦੇ ਨਾਲ ਸੰਬੰਧਿਤ ਆ ਇਹ ਵੀ ਯਾਦ ਕਰਨਾ ਜੀ। 356 ਨੰਬਰ ਆਰਟੀਕਲ ਪ੍ਰੈਜ਼ੀਡੈਂਟ ਰੂਲ ਕੀ ਕਹਿੰਦਾ ਜੀ? ਰਾਸ਼ਟਰਪਤੀ ਰਾਜ ਸਾਨੂੰ ਕਹਿੰਦਾ ਕਿ ਜਿਹਨੂੰ ਕਿ ਸਟੇਟ ਐਮਰਜੈਂਸੀ ਲੱਗੇ, ਮੰਨ ਲਓ ਰਾਜ ਜਾਂ ਕੁਝ ਰਾਜਾਂ ਦੇ ਵਿੱਚ ਸੰਵਿਧਾਨਕ ਸੰਕਟਕਾਲੀਨ ਸਥਿਤੀ ਬਣ ਗਈ, ਜਿਵੇਂ ਮੰਨ ਲਓ ਕਿ ਰਾਜ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਜਾਂ ਉਹਦੇ ਕਾਰਨ ਸੰਕਟਕਾਲੀਨ ਹਾਲਾਤ ਹੋ ਗਏ। ਇਹਦਾ ਮਤਲਬ ਸੌਖੇ, ਇਹ ਥੋੜ੍ਹਾ ਜਿਹਾ ਔਖੀ ਲੈਂਗੁਏਜ ਲੱਗੂਗੀ ਤੁਹਾਨੂੰ, ਮੈਂ ਤੁਹਾਨੂੰ ਸੌਖੇ ਸਮਝਾ ਦਿੰਦਾ। ਇਹਦੇ ਵਿੱਚ ਇੱਦਾਂ ਹੁੰਦਾ ਕਿ ਜਦੋਂ ਕੋਈ ਵੀ ਰਾਜ, ਠੀਕ ਆ ਜੀ, ਇੱਦਾਂ ਲੱਗੇ ਕਿ ਹਾਂ ਇਹ ਰਾਜ ਭਾਰਤ ਦੇ ਸੰਵਿਧਾਨ ਤੋਂ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਚੱਲ ਰਿਹਾ ਵਾ ਤੇ ਠੀਕ ਤਰ੍ਹਾਂ ਦੇ ਨਾਲ ਸਰਕਾਰ ਨਹੀਂ ਚੱਲ ਰਹੀ, ਰਾਜ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਵਾ, ਠੀਕ ਆ, ਉਸ ਟਾਈਮ ਦੇ ਉੱਤੇ ਇਹ ਸਟੇਟ ਐਮਰਜੈਂਸੀ ਲਗਾਈ ਜਾ ਸਕਦੀ ਆ, ਠੀਕ ਆ। ਰਾਸ਼ਟਰਪਤੀ ਰਾਜ ਆਪਾਂ ਜਿਹਨੂੰ ਕਹਿ ਸਕਦੇ ਹਾਂ, ਠੀਕ ਆ। ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਵਾਰ ਰਾਸ਼ਟਰਪਤੀ ਰਾਜ ਲੱਗਿਆ ਸੀ 1951 ਦੇ ਵਿੱਚ, ਠੀਕ ਆ ਜੀ। ਇਹ ਤੁਸੀਂ ਯਾਦ ਕਰ ਲੈਣਾ, ਠੀਕ ਹੈ ਜੀ। ਆਰਟੀਕਲ 356 ਹੁਣ ਆਪਾਂ ਕਰ ਲਿਆ। ਇਹਦੇ ਵਿੱਚ ਕਹਿੰਦਾ ਜੀ ਰਾਸ਼ਟਰਪਤੀ ਸ਼ਾਸਨ ਲਗਾਉਣ ਵਾਲੀ ਘੋਸ਼ਣਾ ਨੂੰ, ਦੇਖੋ ਜੀ, ਹੁਣ ਜਦੋਂ ਇਹਨੂੰ ਜ਼ਰੂਰੀ ਨਹੀਂ ਕਿ ਸਿੱਧਾ ਹੀ ਘੋਸ਼ਣਾ ਕਰ ਦੇਗਾ ਰਾਸ਼ਟਰਪਤੀ ਰਾਜ, ਇਹਨੂੰ ਦੋਵਾਂ ਸਦਨਾਂ ਵੱਲੋਂ ਮਨਜ਼ੂਰੀ ਵੀ ਮਿਲਣੀ ਚਾਹੀਦੀ ਹੈ। ਰਾਸ਼ਟਰਪਤੀ ਰਾਜ ਜਦੋਂ ਹੋਣੀ ਆ ਤਾਂ ਇਹਦੀ ਮਨਜ਼ੂਰੀ ਵੀ ਚਾਹੀਦੀ ਆ 2/3 ਮੈਜੋਰਟੀ ਦੇ ਨਾਲ, ਠੀਕ ਹੈ। 2/3 ਮੈਜੋਰਟੀ ਦੇ ਨਾਲ ਇਹਦੀ ਮਨਜ਼ੂਰੀ ਮਿਲਣੀ ਚਾਹੀਦੀ ਆ ਤੇ ਇਸ ਦੇ ਮੁੱਦੇ ਦੀ ਮਿਤੀ ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਜਾਣੀ ਕਿ ਇਹਨੂੰ ਸੋਲਵ ਕਰਨਾ ਹੁੰਦਾ ਵਾ, ਠੀਕ ਹੈ ਜੀ। ਹੁਣ ਅੱਗੇ ਆ ਗਈ, ਜੇ ਸੰਸਦ, ਮੰਨ ਲਓ ਕਿ ਜੇ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਆ, ਮੰਨ ਲਓ ਦੇਤੀ, ਤਾਂ ਜਿਹੜਾ ਰਾਸ਼ਟਰਪਤੀ ਸ਼ਾਸਨ ਆ ਨਾ 6 ਮਹੀਨੇ ਲਈ ਘੱਟ ਤੋਂ ਘੱਟ 6 ਮਹੀਨੇ ਲਈ ਤੇ ਵੱਧ ਤੋਂ ਵੱਧ 3 ਸਾਲ, ਇਹ ਤੁਸੀਂ ਯਾਦ ਕਰਨਾ ਵਾ। ਹਰੇਕ 6 ਮਹੀਨੇ ਬਾਅਦ ਸੰਸਦ ਦੁਆਰਾ ਦੀ ਪ੍ਰਵਾਨਗੀ ਦੇ ਨਾਲ ਰਾਸ਼ਟਰਪਤੀ ਇਹਨੂੰ ਵਧਾ ਸਕਦਾ ਵਾ, ਠੀਕ ਹੈ ਜੀ। ਸੋ ਇਹ ਯਾਦ ਕਰਨਾ ਵਾ ਤੁਸੀਂ ਕਿ ਘੱਟ ਤੋਂ ਘੱਟ ਕਿੰਨੇ ਟਾਈਮ ਲਈ? 6 ਮਹੀਨੇ ਲਈ, ਵੱਧ ਤੋਂ ਵੱਧ ਕਿੰਨੇ ਟਾਈਮ ਲਈ? 3 ਸਾਲਾਂ ਲਈ। ਇਹ ਯਾਦ ਕਰਨਾ, ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਪੇਪਰ ਦੇ ਵਿੱਚ, ਇਹ ਕੁਐਸਚਨ ਪੁੱਛਿਆ ਜਾਂਦਾ ਵਾ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡਾ ਰਾਸ਼ਟਰਪਤੀ ਸ਼ਾਸਨ ਆ ਜਿਹੜਾ, ਇਹਦੀ ਘੋਸ਼ਣਾ ਜਦੋਂ ਇਹਨੂੰ ਜਾਰੀ ਰੱਖਣ ਦਾ ਹਰ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਂਦੀ ਆ, ਪਾਰਲੀਮੈਂਟ ਦਿੰਦੀ ਆ। ਪਾਰਲੀਮੈਂਟ ਦੇ ਕਿਸੇ ਵੀ ਸਦਨ ਦੁਆਰਾ ਸਿਰਫ ਇੱਕ ਸਧਾਰਨ ਬਹੁਮਤ ਹੁੰਦਾ, ਜਿਹਦੇ ਵਿੱਚ ਕਿ ਬਹੁਮਤ ਜਦੋਂ ਪਾਸ ਹੋ ਜਾਂਦਾ ਵਾ ਤਾਂ ਉਸਦੇ ਸਦਨ ਦੇ ਜਿਹੜੇ ਹਾਜ਼ਰ ਹੁੰਦੇ ਨੇ ਉਸ ਟਾਈਮ ਦੇ ਉੱਤੇ ਮੈਂਬਰ, ਉਹ ਵੋਟਿੰਗ ਕਰਦੇ ਨੇ। ਜੇ ਉਹ ਮੈਜੋਰਟੀ 2/3 ਹੋ ਜਾਂਦੀ ਹੈ ਮੈਜੋਰਟੀ, ਦੈਨ ਇਹ ਲਾਗੂ ਹੋ ਜਾਂਦੀ ਹੈ ਸਟੇਟ ਐਮਰਜੈਂਸੀ, ਠੀਕ ਹੈ ਜੀ। ਹੁਣ ਆ ਮੈਂ ਤੁਹਾਨੂੰ ਪਹਿਲਾਂ ਕੀਤਾ ਸੀ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ 1951 ਦੇ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਗਿਆ ਸੀ। ਹੁਣ ਤੁਹਾਡੇ ਲਈ ਇੱਕ ਕੁਐਸਚਨ ਆ, ਇਹ ਤੁਸੀਂ ਆਪ ਯਾਦ ਕਰਨਾ ਵਾ ਤੇ ਥੱਲੇ ਨੀਚੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਵਾ, ਠੀਕ ਹੈ ਜੀ। ਕਿ ਪਹਿਲਾਂ ਤੁਸੀਂ ਦੱਸੋ ਕਿ ਸਭ ਤੋਂ ਵੱਧ ਕਿਹੜੀ ਸਟੇਟ ਦੇ ਵਿੱਚ ਰਾਸ਼ਟਰੀ ਜਿਹੜੀ ਆਪਣੀ ਰਾਸ਼ਟਰਪਤੀ ਰਾਜ ਆ, ਪ੍ਰੈਜ਼ੀਡੈਂਟ ਰੂਲ 356 ਨੰਬਰ ਆਰਟੀਕਲ, ਕਿਹੜੀ ਸਟੇਟ ਦੇ ਵਿੱਚ, ਭਾਰਤ ਦੀ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਵੱਧ ਵਾਰ ਲੱਗਿਆ, ਠੀਕ ਹੈ ਜੀ। ਇਹ ਪੇਪਰ ਦੇ ਵਿੱਚ ਕੁਐਸਚਨ ਬਣਿਆ ਹੋਇਆ ਵਾ ਬਹੁਤ ਵਾਰ, ਇਹਨੂੰ ਤੁਸੀਂ ਆਪ ਯਾਦ ਕਰਨਾ, ਆਪ ਸਟੱਡੀ ਕਰੋ, ਗੂਗਲ ਕਰੋ, ਕਰਕੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਥੱਲੇ ਲਿਖਣਾ ਵਾ, ਠੀਕ ਹੈ ਜੀ। ਇਹ ਕਰਨਾ, ਠੀਕ ਹੈ ਜੀ। ਤੁਸੀਂ ਇੰਪੋਰਟੈਂਟ ਕੁਐਸਚਨ ਬਣਦਾ, ਮੈਂ ਜਾਣ ਕੇ ਨਹੀਂ ਐਡ ਕੀਤਾ ਕਿ ਤੁਸੀਂ ਵੀ ਥੋੜ੍ਹਾ ਬਹੁਤ ਸਰਚ ਕਰੋਗੇ ਨਾ ਤਾਂ ਤੁਹਾਨੂੰ ਇਹ ਹੋਏਗਾ ਕਿ ਹਾਂ ਯਾਰ ਵੀ ਮੈਨੂੰ ਸਿੱਖਣ, ਉਹ ਤੁਹਾਨੂੰ ਕਦੇ ਭੁੱਲੇਗਾ ਵੀ ਨਹੀਂ। ਜਿਹੜਾ ਤੁਸੀਂ ਆਪ ਖੁਦ ਸਰਚ ਕਰੋਗੇ ਨਾ, ਸੋ ਉਹ ਤੁਹਾਨੂੰ ਵੀ ਲੱਗੇਗਾ ਕਿ ਹਾਂ ਯਾਰ ਇਹ ਇੰਪੋਰਟੈਂਟ ਹੋਏਗਾ, ਫਿਰ ਤੁਹਾਡੇ ਦਿਮਾਗ ਦੇ ਵਿੱਚੋਂ ਇਹ ਕਦੇ ਨਿਕਲੇਗਾ ਵੀ ਨਹੀਂ। ਹੁਣ ਜੀ 360 ਨੰਬਰ ਆਰਟੀਕਲ ਕੀ ਕਹਿੰਦਾ? 360 ਨੰਬਰ ਆਰਟੀਕਲ ਸਾਨੂੰ ਕਹਿੰਦਾ ਜੀ ਜਿੱਦਾਂ 360 ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਆ, ਇਹਦੇ ਵਿੱਚ ਉਹ ਕਹਿੰਦੇ ਜੀ ਇਸ ਦੇ ਦੌਰਾਨ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਆ, ਇਹਦੇ ਵਿੱਚ ਵਿੱਤੀ ਸੰਕਟ ਪੈਦਾ ਹੋ ਜਾਂਦਾ, ਠੀਕ ਹੈ ਜੀ। ਸੰਕਟਕਾਲੀਨ ਹਾਲਾਤ ਪੈਦਾ ਹੋ ਗਏ ਜੇ ਫਾਈਨੈਂਸ਼ੀਅਲ ਐਮਰਜੈਂਸੀ 360 ਨੰਬਰ ਆਰਟੀਕਲ ਦੇ ਵਿੱਚ ਹੁੰਦੀ ਆ, ਠੀਕ ਹੈ। ਅਜੇ ਤੱਕ ਫਿਲਹਾਲ ਇਹ ਜਿਹੜੀ ਆਪਣੀ ਐਮਰਜੈਂਸੀ ਆ ਇਹ ਨਹੀਂ ਲੱਗੀ ਆ, ਠੀਕ ਹੈ ਜੀ। ਸੋ ਇਹ ਆਪਾਂ ਕਰ ਚੁੱਕੇ ਹਾਂ। ਹੁਣ ਜੀ ਵੀਟੋ ਸ਼ਕਤੀਆਂ ਕੀ ਹੁੰਦੀਆਂ ਨੇ? ਇਹ ਜੀ ਰਾਸ਼ਟਰਪਤੀ ਨੂੰ ਥੋੜ੍ਹੀਆਂ ਸ਼ਕਤੀਆਂ ਦਿੱਤੀਆਂ ਕਿ ਹਾਂ ਤੁਸੀਂ ਇਸ ਸ਼ਕਤੀਆਂ ਦੇ ਵਿੱਚ ਦਾ ਪ੍ਰਯੋਗ ਕਰ ਸਕਦੇ ਹੋ। 3 ਤਰ੍ਹਾਂ ਦੀਆਂ ਸ਼ਕਤੀਆਂ ਦਿੱਤੀਆਂ। ਇਹ ਰਾਸ਼ਟਰਪਤੀ ਦਾ ਅਧਿਕਾਰ ਹੁੰਦਾ, ਠੀਕ ਹੈ ਜੀ। ਜਿਵੇਂ ਕਿ ਉਹ ਸੰਸਦ ਦੁਆਰਾ ਪਾਸ ਕੀਤੇ ਗਏ ਬਿੱਲਾਂ ਨੂੰ ਮਨਜ਼ੂਰੀ ਨੂੰ ਰੋਕ ਸਕਦਾ ਵਾ, ਠੀਕ ਆ। ਕਿਉਂਕਿ ਆਪਾਂ ਨੂੰ ਪਤਾ ਕਿ ਆਰਟੀਕਲ 111 ਦੇ ਵਿੱਚ ਦਿੱਤਾ ਕਿ ਜਿਹੜੇ ਸੰਸਦ ਦੇ ਵਿੱਚ ਬਿੱਲ ਪਾਸ ਹੁੰਦੇ ਨੇ, ਉਹਦੇ ਵਿੱਚ ਆਰਟੀਕਲ 11 'ਚ ਲਿਖਿਆ ਕਿ ਰਾਸ਼ਟਰਪਤੀ ਦੇ ਸਾਈਨ ਦੀ ਜ਼ਰੂਰਤ ਹੁੰਦੀ ਆ ਉਹਦੇ ਲਈ, ਠੀਕ ਆ। ਸੋ ਪਹਿਲਾਂ ਲੋਕ ਸਭਾ ਰਾਜ ਸਭਾ 'ਚ ਹੁੰਦਾ ਵਾ ਅਤੇ ਫਿਰ ਆਪਣਾ ਸੰਸਦ ਉਹਨੂੰ ਪਾਸ ਕਰਦੀ ਹੈ, ਠੀਕ ਹੈ ਜੀ। ਸੰਸਦ ਦੇ ਤੋਂ ਪਾਸ ਤੋਂ ਬਾਅਦ ਰਾਸ਼ਟਰਪਤੀ ਉਹਦੇ 'ਤੇ ਸਾਈਨ ਕਰਦਾ। ਇਹ ਇਹਦੇ 'ਤੇ 111 ਨੰਬਰ ਆਰਟੀਕਲ 'ਚ ਲਿਖਿਆ ਹੋਇਆ।
ਹੁਣ ਜੀ ਰਾਸ਼ਟਰਪਤੀ ਨੂੰ ਇਹ ਸ਼ਕਤੀ ਪ੍ਰਦਾਨ ਕੀਤੀ ਗਈ ਆ, ਇਹਦਾ ਉਦੇਸ਼ ਕੀ ਆ ਜੀ, ਮਤਲਬ ਕਿ ਜਲਦਬਾਜ਼ੀ ਤੇ ਗਲਤ ਵਿਚਾਰਾਂ ਨੂੰ ਰੋਕਣਾ ਵਾ। ਮਤਲਬ ਕਿ ਮੰਨ ਲਓ ਸੰਸਦ ਬੈਠੀ ਆ, ਉਹਨੇ ਕੋਈ ਲਾਅ ਬਣਾਉਣਾ ਵਾ, ਠੀਕ ਆ, ਸੋ ਉਹਨੇ ਐਕਟ ਬਣਾਉਣਾ, ਇੱਕਦਮ ਉਹਨੇ ਕੋਈ ਇੱਦਾਂ ਦਾ ਬਿੱਲ ਲੈ ਆਂਦਾ ਜਿਹੜਾ ਕਿ ਮਤਲਬ ਗੈਰ ਸੰਵਿਧਾਨਕ ਵੀ ਹੋ ਸਕਦਾ ਵਾ, ਉਸ ਲਈ ਇਹ ਪਾਵਰ ਰਾਸ਼ਟਰਪਤੀ ਨੂੰ ਦਿੱਤੀ ਆ। ਹੁਣ ਜੀ ਵੀਟੋ, ਜਿਹੜੀ ਵੀਟੋ ਪਾਵਰ ਦਿੱਤੀ ਆ ਨਾ, ਇਹ ਆਮ ਬਿੱਲਾਂ ਲਈ ਹੈ। ਜੇਕਰ ਮਨੀ ਬਿੱਲ ਅਤੇ ਸੰਵਿਧਾਨਕ ਸੋਧ ਬਿੱਲ ਆ, ਸੰਵਿਧਾਨਕ ਜਾਣੀ ਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਨੇ ਜਾਂ ਮਨੀ ਬਿੱਲ ਆ, ਇਹਦੇ ਉੱਤੇ ਸਾਈਨ ਕਰਨੇ ਹੀ ਕਰਨੇ ਆ, ਠੀਕ ਆ ਜੀ, ਇਹਦੇ ਰਾਸ਼ਟਰਪਤੀ ਨੂੰ ਸਾਈਨ ਕਰਨੇ ਹੀ ਪੈਂਦੇ ਆ, ਠੀਕ ਆ ਜੀ। ਜਦੋਂ ਕੋਈ ਬਿੱਲ ਰਾਸ਼ਟਰਪਤੀ ਨੂੰ ਉਸਦੀ ਸਹਿਮਤੀ ਨਾਲ ਪੇਸ਼ ਕੀਤਾ ਜਾਂਦਾ ਹੈ ਤਾਂ ਉਸਦੇ ਕੋਲ 3 ਵਿਕਲਪ ਹੁੰਦੇ ਨੇ। ਇੱਕ ਤਾਂ ਹੁੰਦਾ ਜੀ ਸੰਵਿਧਾਨ ਦਾ ਆਰਟੀਕਲ 111 ਦੇ ਤਹਿਤ ਇਹ ਲਿਖਿਆ ਹੋਇਆ ਵਾ ਕਿ ਉਹ ਬਿੱਲ ਨੂੰ ਆਪਣੀ ਸਹਿਮਤੀ ਵੀ ਦੇ ਸਕਦਾ, ਠੀਕ ਆ, ਪਹਿਲੇ ਨੰਬਰ ਦੇ ਉੱਤੇ। ਦੂਜੇ ਨੰਬਰ 'ਤੇ ਉਹ ਬਿੱਲ ਲਈ ਆਪਣੀ ਸਹਿਮਤੀ ਰੋਕ ਵੀ ਸਕਦਾ। ਜ਼ਰੂਰੀ ਨਹੀਂ ਗਾ ਕਿ ਉਹ ਸਹਿਮਤੀ ਦਊਗਾ ਹੀ ਦਊਗਾ, ਉਹ ਆਪਦੀ ਸਹਿਮਤੀ ਰੋਕ ਵੀ ਸਕਦਾ, ਪਰ ਸਿਰਫ ਜਿਹੜੇ ਆਪਣੇ ਬਿੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਮਨੀ ਬਿੱਲ ਹੋ ਗਿਆ, ਠੀਕ ਆ ਜੀ। ਸੋ ਮਨੀ ਬਿੱਲ ਅਤੇ ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਉਹ ਉਹਨੂੰ ਸਾਈਨ ਕਰਨੇ ਪੈਂਦੇ ਆ। ਉਹ ਬਿੱਲ ਜੇਕਰ ਇਹ ਮਨੀ ਬਿੱਲ ਜਾਂ ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਨਹੀਂ ਆ, ਨੂੰ ਮੁੜ ਵਿਚਾਰ ਕਰਨ ਲਈ ਸੰਸਦ ਨੂੰ ਵਾਪਸ ਕਰ ਸਕਦਾ ਹੈ, ਠੀਕ ਹੈ, ਇਹਨਾਂ ਤੋਂ ਬਿਨਾਂ, ਠੀਕ ਹੈ ਜੀ। ਬਾਕੀ ਜਿਹੜੇ ਆਰਡੀਨਰੀ ਬਿੱਲ ਹੁੰਦੇ ਨੇ ਹੀ ਮੇ ਰਿਟਰਨ ਦਾ ਬਿੱਲ, ਠੀਕ ਹੈ ਜੀ। ਹੁਣ ਨੈਕਸਟ ਆ ਗਿਆ ਜੀ ਸਾਡੇ ਕੋਲ, ਹਾਲਾਂਕਿ ਜੇ ਬਿੱਲ ਨੂੰ ਸੰਸਦ ਦੁਆਰਾ ਸੋਧਾਂ ਦੇ ਨਾਲ ਜਾਂ ਬਿਨਾਂ ਇਸ ਤੋਂ ਬਿਨਾਂ ਦੁਬਾਰਾ ਪਾਸ ਕੀਤਾ ਜਾਂਦਾ ਹੈ ਅਤੇ ਰਾਸ਼ਟਰਪਤੀ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਰਾਸ਼ਟਰਪਤੀ ਨੂੰ ਬਿੱਲ ਦੀ ਸਹਿਮਤੀ ਦੇਣੀ ਪੈਂਦੀ ਹੈ। ਸੋ ਇਹ ਆਪਾਂ ਕੀਤਾ ਹੋ ਕਿ ਜਿਹੜੀ ਸੋਧ ਬਿੱਲ ਆ ਜਾਂ ਮਨੀ ਬਿੱਲ ਆ ਉਹ ਦੇਣੀ ਪੈਂਦੀ ਹੈ ਸਹਿਮਤੀ ਰਾਸ਼ਟਰਪਤੀ ਨੂੰ। ਹੁਣ ਜੀ 3 ਪ੍ਰਕਾਰ ਦੀ ਜਿਹੜੀ ਇਹ ਵੀਟੋ ਪਾਵਰਸ ਹੁੰਦੀਆਂ, ਇੱਕ ਹੁੰਦੀ ਹੈ ਐਬਸੋਲੂਟ ਵੀਟੋ, ਜਾਣੀ ਪੂਰੀ ਤਰ੍ਹਾਂ ਪਾਵਰ ਦਿੱਤੀ ਹੋਈ ਹੈ। ਇੱਕ ਦਿੱਤੀ ਹੋਈ ਪੌਕਟ ਵੀਟੋ, ਠੀਕ ਹੈ ਜੀ। ਇੱਕ ਦਿੱਤੀ ਹੋਈ ਸਸਪੈਂਸਿਵ, ਮਤਲਬ ਸਸਪੈਂਸਿਵ ਪਾਵਰ ਦਿੱਤੀ ਹੋਈ ਆ, ਠੀਕ ਹੈ ਜੀ। ਸੋ ਇਹ ਕਿਹੜੀ ਪਾਵਰ ਆ ਹੁਣ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਜ਼ਿਆਦਾ ਵੱਡਾ ਟੌਪਿਕ ਨਹੀਂ ਗਾ ਇਹ, ਠੀਕ ਹੈ ਜੀ। ਐਬਸੋਲੂਟ ਜਿਹੜੀ ਵੀਟੋ ਦਿੱਤੀ ਗਈ ਆ, ਇਹਦੇ ਵਿੱਚ ਪ੍ਰਾਈਵੇਟ ਮੈਂਬਰਾਂ ਦਾ ਬਿੱਲ ਹੁੰਦਾ ਜਾਂ ਕਿਸੇ ਵੀ ਨਵੇਂ, ਮੰਨ ਲਓ ਮੰਤਰੀ ਮੰਡਲ, ਇੱਕ ਨਵਾਂ ਮੰਤਰੀ ਮੰਡਲ ਆਇਆ, ਉਹਨੇ ਸਲਾਹ ਦਿੱਤੀ ਕਿ ਪੁਰਾਣੀ ਸੰਸਦ ਵੱਲੋਂ ਜਿਹੜਾ ਬਿੱਲ ਭੇਜਿਆ ਗਿਆ ਵਾ ਉਹ ਬਿੱਲ ਪਾਸ ਨਹੀਂ ਕਰਨਾ, ਠੀਕ ਹੈ ਜੀ। ਇਹ ਐਬਸੋਲੂਟ ਵੀਟੋ ਪਾਵਰ ਇਹ ਰਾਸ਼ਟਰਪਤੀ ਨੂੰ ਦਿੱਤੀ ਹੋਈ ਆ, ਠੀਕ ਹੈ ਜੀ, ਕਿ ਉਹ ਕਰੇ ਨਾ ਕਰੇ, ਠੀਕ ਹੈ ਜੀ। ਹੁਣ ਅੱਗੇ ਆ ਗਈ ਜੀ ਸਾਡੀ ਪੌਕਟ ਵੀਟੋ। ਪੌਕਟ ਵੀਟੋ ਕਿਹੜੀ ਹੁੰਦੀ ਆ? ਇਹਦੇ ਵਿੱਚ ਜਦੋਂ ਰਾਸ਼ਟਰਪਤੀ ਕੋਲ ਕੋਈ ਵੀ ਬਿੱਲ ਆਉਂਦਾ ਹੈ ਤਾਂ ਜੇਕਰ ਉਹ ਬਿੱਲ ਨੂੰ ਹੀ ਪ੍ਰਵਾਨ ਕਰੇ, ਮਤਲਬ ਬਿੱਲ ਨੂੰ ਉਹ ਚਾਹਵੇ ਕਿ ਮੈਂ ਬਿੱਲ ਪ੍ਰਵਾਨ ਨਹੀਂ ਕਰਨਾ ਅਤੇ ਨਾ ਹੀ ਬਿੱਲ ਨੂੰ ਵਿਚਾਰ ਵਟਾਂਦਰੇ ਲਈ ਭੇਜਣਾ ਵਾ, ਸੋ ਅਣਮਿੱਥੇ ਲਈ ਉਹ ਆਪਦੇ ਕੋਲੇ ਰੱਖ ਸਕਦਾ ਵਾ। ਸੋ ਇਹਦਾ ਤੁਸੀਂ ਜ਼ਿਆਦਾ ਕਿ ਮੈਂ ਹਾਂ ਵੀ ਰਾਸ਼ਟਰਪਤੀ ਕੋਲ ਇਹ ਪਾਵਰ ਆ ਕਿ ਤੁਸੀਂ ਮੈਨੂੰ ਬਿੱਲ ਭੇਜਿਆ, ਮੈਂ ਆਪਦੀ ਜੇਬ 'ਚ ਰੱਖ ਲਿਆ, ਜਦੋਂ ਮੇਰੀ ਮਰਜ਼ੀ ਹੋਊਗੀ ਮੈਂ ਉਹਨੂੰ ਪ੍ਰਵਾਨ ਕਰੂੰਗਾ, ਚਾਹੇ ਨਾ ਤਾਂ ਮੈਂ ਉਹਨੂੰ ਹਾਂ ਕਰਨੀ ਆ ਨਾ ਮੈਂ ਨਾ ਕਰਨੀ ਆ, ਬਸ, ਠੀਕ ਆ। ਨੋ ਨਾ ਯੈਸ ਨਾ ਨੋ, ਠੀਕ ਆ ਜੀ। ਸੋ ਜਦੋਂ ਉਹਦਾ ਮਨ ਕਰੂਗਾ, ਜਦੋਂ ਉਹਨੂੰ ਲੱਗੂਗਾ ਕਿ ਹਾਂ ਮੈਨੂੰ ਇਹ ਕਰਨਾ ਚਾਹੀਦਾ ਵਾ, ਤਾਂ ਉਹ ਪ੍ਰਵਾਨ ਕਰੂਗਾ। ਪਰ ਆਹ ਚੀਜ਼ ਨਾ ਤੁਸੀਂ ਨਹੀਂ ਭੁੱਲਣਗੀ, ਕਿਉਂਕਿ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆਊਗਾ ਕਿ ਜਿਹੜਾ ਮਨੀ ਬਿੱਲ ਅਤੇ ਜਿਹੜੀ ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਆ, ਇਹਦੇ ਉੱਤੇ ਵੀ ਇਹ ਵੀਟੋ ਸ਼ਕਤੀ ਲਾਗੂ ਨਹੀਂ ਹੁੰਦੀ, ਕੋਈ ਵੀ ਵੀਟੋ ਸ਼ਕਤੀ ਇਹਦੇ ਉੱਤੇ ਲਾਗੂ ਨਹੀਂ ਹੁੰਦੀ। ਸਸਪੈਂਸਿਵ ਵੀਟੋ ਆ ਗਈ ਸਾਡੀ। ਹੁਣ ਮੰਨ ਲਓ ਜੇ ਬਿੱਲ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਆ ਗਿਆ, ਠੀਕ ਹੈ ਜੀ, ਤਾਂ ਰਾਸ਼ਟਰਪਤੀ ਦੁਬਾਰਾ ਇਸ ਬਿੱਲ ਨੂੰ ਵਿਚਾਰ ਵਟਾਂਦਰੇ ਲਈ ਦੁਬਾਰਾ ਭੇਜ ਸਕਦਾ। ਮੰਨ ਲਓ ਰਾਸ਼ਟਰਪਤੀ ਕੋਲੇ, ਮੈਂ ਤੁਹਾਨੂੰ ਪਹਿਲਾਂ ਕਰਵਾਇਆ ਸੀ ਕਿ ਇੱਕ ਵਾਰੀ ਬਿੱਲ ਆ ਗਿਆ ਰਾਸ਼ਟਰਪਤੀ ਕੋਲੇ, ਤਾਂ ਉਹਨੇ ਦੇਖਿਆ ਕਿ ਹਾਂ ਯਾਰ ਇਹ ਬਿੱਲ ਦੇ ਵਿੱਚ ਥੋੜ੍ਹੀ ਜਿਹੀ ਕੋਈ ਕਮੀ ਆ, ਤਾਂ ਉਹ ਰਾਸ਼ਟਰਪਤੀ ਨੂੰ ਤਾਂ ਉਹ ਵਾਪਸ ਸੰਸਦ ਨੂੰ ਭੇਜ ਸਕਦਾ, ਪਾਰਲੀਮੈਂਟ ਦੇ ਵਿੱਚ ਆਉਂਦਾ। ਪਰ ਜੇਕਰ ਇਹ ਬਿੱਲ ਦੁਬਾਰਾ ਰਾਸ਼ਟਰਪਤੀ ਕੋਲੇ ਫੇਰ ਆ ਜਾਊਗਾ ਤਾਂ ਉਹ ਬਿਨਾਂ ਕਿਸੇ ਸੋਧ ਤੋਂ ਜਾਂ ਵਿਚਾਰ ਵਟਾਂਦਰੇ ਤੋਂ ਵੀ ਆ ਜਾਵੇ ਚਾਹੇ, ਤਾਂ ਰਾਸ਼ਟਰਪਤੀ ਨੂੰ ਬਿੱਲ ਪਾਸ ਕਰਨਾ ਹੀ ਪੈਂਦਾ। ਪਰ ਧਨ ਬਿੱਲ ਅਤੇ ਸੋਧ ਬਿੱਲ ਅਤੇ ਵੀਟੋ 'ਤੇ ਇਹ ਲਾਗੂ ਨਹੀਂ ਹੁੰਦੀ, ਕਿਉਂਕਿ ਉਹ ਤੁਹਾਨੂੰ ਪਹਿਲੀ ਵਾਰੀ ਉਹ ਸਾਈਨ ਕਰਨੇ ਪੈਂਦੇ ਆ, ਠੀਕ ਹੈ ਜੀ। ਸੋ ਇਹ ਸਾਡਾ ਬਣ ਗਿਆ ਵਾ। ਹੁਣ ਜੀ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਇਹ ਆ ਕਿ ਰਾਸ਼ਟਰਪਤੀ ਕੋਲ ਸੰਵਿਧਾਨਕ ਸੋਧ ਬਿੱਲ ਦੇ ਸੰਬੰਧ ਵਿੱਚ ਕੋਈ ਵੀਟੋ ਪਾਵਰ ਨਹੀਂ ਆ, ਠੀਕ ਹੈ ਜੀ। ਆਪਾਂ ਕੀਤਾ ਹੋਇਆ, ਆਪਾਂ ਨੂੰ ਕੁਐਸਚਨ ਆਊਗਾ ਕਿ ਉਹਦੇ ਕੋਲ ਜਿਹੜੇ ਵੀਟੋ ਪਾਵਰ ਨਹੀਂ ਗਈ ਸੰਵਿਧਾਨਕ ਸੋਧ ਦੇ ਤਹਿਤ, ਉਹ ਕਿਹੜੀ ਸੰਵਿਧਾਨਕ ਸੋਧ ਐਕਟ ਸੀਗਾ? ਸੰਵਿਧਾਨਕ ਸੋਧ 24ਵਾਂ ਐਕਟ ਸੀਗਾ 1971 ਦੇ ਤਹਿਤ। ਇਹਨੂੰ ਲਾਜ਼ਮੀ ਬਣਾਤਾ ਸੀ ਕਿ ਰਾਸ਼ਟਰਪਤੀ ਜਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੁੰਦੀ ਆ ਉਹਦੇ 'ਤੇ ਉਹਨੂੰ ਪਹਿਲੀ ਵਾਰੀ ਦੇ ਉੱਤੇ ਹੀ ਹਸਤਾਖਰ ਕਰਨੇ ਪੈਂਦੇ ਨੇ, ਠੀਕ ਹੈ ਜੀ। ਸੋ ਹੁਣ ਆਪਣਾ ਇਹ ਆਪਣਾ ਖਤਮ ਹੋ ਗਿਆ, ਇਹਦੇ ਉੱਤੇ ਆਪਾਂ ਕੁਐਸਚਨ ਲੈ ਕੇ ਆਵਾਂਗੇ। ਨੈਕਸਟ ਟੌਪਿਕ ਆਪਾਂ 12 ਨੰਬਰ ਕਲਾਸ ਹੋ ਗਈ ਆਪਣੀ, ਠੀਕ ਹੈ। 11 ਤੇ 12 ਨੰਬਰ ਹੁਣ ਆਪਣਾ ਇਹ ਪ੍ਰੈਜ਼ੀਡੈਂਟ ਖਤਮ ਹੋ ਗਿਆ। ਸਭ ਤੋਂ ਲੰਬਾ ਟੌਪਿਕ ਆ ਇਹ, ਪੋਲਿਟੀ ਦਾ ਆਪਾਂ ਕਰ ਲਿਆ ਹੋਇਆ। ਹੁਣ 13 ਨੰਬਰ ਜਿਹੜਾ ਆਪਣੀ ਕਲਾਸ ਹੋਊਗੀ ਜੀ ਵਾਈਸ ਪ੍ਰੈਜ਼ੀਡੈਂਟ ਦੀ ਹੋਊਗੀ। ਇਹਦੀ ਆਪਾਂ ਥਿਊਰੀ ਕਰਾਂਗੇ ਅਤੇ ਨਾਲ ਆਪਾਂ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਇੰਪੋਰਟੈਂਟ 10-15 ਕੁਐਸਚਨ ਬਣਦੇ ਨੇ ਉਹ ਆਪਾਂ ਕਰਾਂਗੇ, ਠੀਕ ਹੈ ਜੀ। ਸੋ ਤੁਸੀਂ ਆਪਣੇ ਚੈਨਲ ਨਾਲ ਬਣੇ ਰਹਿਣਾ, ਠੀਕ ਹੈ ਜੀ। ਸੋ ਇਹ ਬਹੁਤ ਇੰਪੋਰਟੈਂਟ ਟੌਪਿਕ ਆ। ਪਹਿਲਾਂ ਤੁਸੀਂ ਵੀਡੀਓ ਦੇਖੋ, ਉਸ ਤੋਂ ਬਾਅਦ ਤੁਸੀਂ ਇਹਦੀ PDF ਆਪਣੀ ਸ਼ੇਅਰ ਕਰ ਦੇਵਾਂਗਾ, ਠੀਕ ਹੈ ਜੀ, ਟੈਲੀਗ੍ਰਾਮ ਦੇ ਉੱਤੇ। ਉਹਦੇ ਉੱਤੇ ਤੁਸੀਂ ਉਹਨੂੰ ਡਾਊਨਲੋਡ ਕਰੋ, ਜਿੱਦਾਂ ਵੀ ਕਰੋ, ਉੱਤੇ ਦੇਖੋ।
ਪੜ੍ਹੋ ਉਹਨੂੰ 2-3 ਵਾਰੀ ਰਿਵਾਈਜ਼ ਕਰੋ। ਬਹੁਤ ਇੰਪੋਰਟੈਂਟ ਟੌਪਿਕ ਆ ਇਹ, ਤੁਹਾਨੂੰ 3 ਵਾਰੀ ਘੱਟੋ ਘੱਟ ਪੜ੍ਹਨਾ ਪੈਣਾ ਵਾ ਤਾਂ ਤੁਹਾਡੇ ਯਾਦ ਹੋਣਾ ਵਾ, ਅਦਰਵਾਈਜ਼ ਨਹੀਂ। ਜਿਹਨੇ ਪਹਿਲਾਂ ਪੜ੍ਹਿਆ ਹੋਇਆ ਉਹ ਸਿੱਧਾ ਦੇਖ ਸਕਦਾ ਵਾ, ਠੀਕ ਆ, ਬਟ ਜਿਹਨੇ ਨਹੀਂ ਪੜ੍ਹਿਆ ਉਹਦੇ ਲਈ ਵੀਡੀਓ ਬਹੁਤ ਜ਼ਰੂਰੀ ਆ। ਵੀਡੀਓ ਤੋਂ ਬਿਨਾਂ ਸਿੱਧਾ ਹੱਥ ਨਾ ਪਾਇਓ, ਠੀਕ ਆ ਜੀ। PDF ਨੂੰ ਤੁਹਾਨੂੰ ਕੁਛ ਵੀ ਪੱਲੇ ਨਹੀਂ ਪਏਗਾ, ਠੀਕ ਆ ਜੀ। ਸੋ ਹੋ ਗਿਆ ਹੋਇਆ ਆਪਣਾ, ਠੀਕ ਆ ਜੀ। ਹੁਣ ਇਹ ਕਲਾਸ ਆਪਣੀ ਖਤਮ ਹੋ ਗਈ ਹੋਈ ਆ। ਅਗਲੀ ਕਲਾਸ ਆਪਾਂ ਵਾਈਸ ਪ੍ਰੈਜ਼ੀਡੈਂਟ ਦੇ ਉੱਤੇ ਲੈ ਕੇ ਆਵਾਂਗੇ, ਠੀਕ ਆ ਜੀ। ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰੋ ਜੀ, ਸ਼ੇਅਰ ਕਰੋ, ਠੀਕ ਆ ਜੀ। ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰੋ, ਠੀਕ ਆ ਜੀ। ਧੰਨਵਾਦ ਜੀ।